ਉੱਥੇ ਇਹ ਜਿਹੜਾ ਖਾਲਸਾ ਸਕੂਲ ਦੀਆਂ ਜਿਹੜੀ ਬੁੱਕਸ ਨੇ ਸਾਰਾ ਸਿਲੇਬਸ ਸੈੱਟ ਕਰਦੇ ਨੇ। ਇਹਨਾਂ ਦਾ ਜਿਹੜਾ ਸਰਚ ਇੰਸਟੀਚਿਊਟ ਹੈ ਬਹੁਤ ਹੀ ਅੱਛੇ ਬੁਲਾ ਰਹੇ ਨੇ। ਭਾਈ ਸਾਹਿਬ ਵੀ ਅੱਧੇ ਘੰਟੇ ਦੇ ਲਈ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰਨਗੇ। ਵੀਰ ਹਰਿੰਦਰ ਸਿੰਘ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਨਿਵਾਜੀ ਗੁਰੂ ਸੰਗਤ ਜੀਓ, ਇੱਕ ਓਂਕਾਰ ਨੂੰ ਆਪਣੀ ਸੁਰਤ ਦੇ ਰੂਪ ਵਿੱਚ ਉਤਾਰਦੇ ਹੋਏ ਫਤਿਹ ਦਾ ਜਵਾਬ ਫਤਿਹ ਨਾਲ ਪ੍ਰਵਾਨ ਕਰਨਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਸਵੇਰੇ ਜਦ ਦੀਵਾਨ ਵਿੱਚ ਦਾਸ ਆਇਆ ਤੇ ਭਾਈ ਗੁਰਮੇਲ ਸਿੰਘ ਉਹਨਾਂ ਦਾ ਜੱਥਾ ਕੀਰਤਨ ਕਰ ਰਿਹਾ ਸੀ, ਤੇ ਆਮ ਤੌਰ ਤੇ ਜਿਹੜਾ ਸ਼ਬਦ ਪੜ੍ਹਿਆ ਜਾਂਦਾ, ਹੋ ਸਕਦਾ ਕਿਸੇ ਦਾ ਇੱਥੇ ਵੀ ਜਨਮ ਦਿਨ ਹੋਵੇ ਇਸ ਕਰਕੇ ਪੜ੍ਹਿਆ ਜਾਂਦਾ, ਪਰ ਉਹਦੀ ਰਹਾਉ ਦੀ ਲਾਈਨ ਸੀਗੀ ਕਿ ਐਕਚੁਅਲ ਅਸੀਸ ਅਸੀਂ ਕੀ ਲੈਣੀ ਹੈ ਮਾਂ ਕੋਲੋਂ। ਇੱਥੇ ਮਾਂ ਤੋਂ ਭਾਵ ਉਹ ਸ਼ਬਦ ਵਿੱਚ ਜਿੰਨਾ ਮੈਨੂੰ ਸਮਝਾਇਆ, ਉਹ ਗੁਰੂ ਵੱਲੋਂ ਅਸੀਸ ਦਿੱਤੀ ਜਾ ਰਹੀ ਹੈ। ਤੇ ਅਸੀਸ ਇਹ ਦਿੱਤੀ ਜਾ ਰਹੀ ਸੀ ਕਿ ਜਦ ਤੱਕ ਅਸੀਂ ਗੁਰੂ ਨੂੰ ਹਾਜ਼ਰ ਨਾਜ਼ਰ ਜਾਣਾਂਗੇ, ਸਾਡੀ ਪ੍ਰੋਬਲਮ ਦੀ ਗੱਲ ਆ, ਸਾਡੀ ਮੈਂਟਲ ਤੇ ਸਾਈਕੋਲੋਜੀਕਲ ਪ੍ਰੋਬਲਮ ਕੀ ਚੱਲ ਰਹੀ ਆ। Because we all do the right thing when somebody is looking. We don't do the right thing when nobody is looking. यही प्रॉब्लम है साड़ी। ਅਸੀਂ ਸਾਰੇ ਠੀਕ ਕੰਮ ਕਰਦੇ ਜੇ ਕੋਈ ਦੇਖ ਰਿਹਾ ਹੋਵੇ, ਜੇ ਕੋਈ ਨਾ ਦੇਖ ਰਿਹਾ ਹੋਵੇ ਫਿਰ ਅਸੀਂ ਪੁੱਠੇ ਕੰਮ ਕਰਦੇ ਹਾਂ। ਤੇ ਉੱਥੇ ਦੱਸਿਆ ਜਾ ਰਿਹਾ ਸੀ ਰਾਹੋਂ ਦੀ ਲਾਈਨ ਵਿੱਚ, ਨਿਮਖ ਨਾ ਬਿਸਰੈ ਤੁਮਕੋ ਹਰ ਹਰ। ਨਿਮਖ ਇਜ਼ ਐਵਰੀ ਮੋਮੈਂਟ। ਮਤਲਬ ਡਿਵਾਈਨ ਪ੍ਰੈਜ਼ੈਂਸ ਵਿੱਚ ਅਸੀਂ ਹਰ ਵੇਲੇ ਰਹਿ ਸਕਦੇ ਹਾਂ ਕਿ ਨਹੀਂ। ਕੋਈ ਜਥੇਬੰਦੀ ਡਿਸੀਜਨ ਆ, ਕੋਈ ਗੁਰਦੁਆਰੇ ਦਾ ਡਿਸੀਜਨ ਆ, ਕੋਈ ਬਿਜ਼ਨਸ ਦਾ ਡਿਸੀਜਨ ਆ, ਰਾਜ ਸੱਤਾ ਨੂੰ ਖੋਣ ਦਾ ਜਾਂ ਲੈਣ ਦਾ ਡਿਸੀਜਨ ਆ, ਉਸ ਵੇਲੇ ਗੁਰੂ ਨੂੰ ਹਾਜ਼ਰ ਨਾਜ਼ਰ ਜਾਣ ਰਹੇ ਹੋ ਕਿ ਨਹੀਂ। ਇਹ ਅਸੀਸ ਦਿੱਤੀ ਜਾ ਰਹੀ ਹੈ। ਨਿਮਖ ਨਾ ਬਿਸਰੈ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼। ਮਤਲਬ ਕੈਨ ਵੀ ਲਿਵ ਇਨ 24/7 ਪ੍ਰੈਜ਼ੈਂਸ ਆਫ ਦਾ ਡਿਵਾਈਨ, ਜਿਹਨੂੰ ਅਸੀਂ ਕਹਿ ਦਿੰਦੇ ਅੱਜ ਕੱਲ੍ਹ। ਜਦ ਵੀ ਉਹ ਪ੍ਰੈਜ਼ੈਂਸ ਵਿੱਚ ਅਸੀਂ ਨਹੀਂ ਹੁੰਦੇ, ਉਸ ਵੇਲੇ ਸਾਡੇ ਸਾਰੇ ਡਿਸੀਜਨ, ਈਵਨ ਗੱਲ ਕਰਨ ਦਾ ਤਰੀਕਾ ਵੀ ਸਾਡਾ ਖਰਾਬ ਹੋ ਜਾਂਦਾ। ਸੋ ਜੇ ਇਹ ਅਸੀਸ ਅਸੀਂ ਗੁਰੂ ਕੋਲੋਂ ਲੈਣੀ ਆ, ਉੱਥੋਂ ਇੱਕ ਵੱਡਾ ਅੱਜ ਵੀ ਜਿਹੜੀ ਗੱਲ ਹੈ ਤੇ ਕੱਲ ਵੀ ਗੱਲਾਂ ਚੱਲ ਰਹੀਆਂ ਸੀ, ਉਹਦੀ ਮੇ ਵੀ ਇੱਕ ਬੁਨਿਆਦੀ ਪ੍ਰੋਬਲਮ ਸਾਡੀ ਸੋਲਵ ਕਰਨ ਦੀ ਗੁਰੂ ਆਪਣੇ ਵੱਲੋਂ ਹੀ ਸਬਬ ਨਾਲ ਇਹ ਦੱਸ ਰਿਹਾ ਕਿ ਸਾਡੀ ਬੁਨਿਆਦੀ ਪ੍ਰੋਬਲਮ ਇਹ ਹੈ, ਵੀ ਡੋਂਟ ਫੀਲ ਦਾ ਡਿਵਾਈਨ ਪ੍ਰੈਜ਼ੈਂਸ। ਪੁਰਾਤਨ ਸਿੱਖਾਂ ਦੀ ਜਿਵੇਂ ਗੱਲ ਕਰਦੇ ਆ, ਦੇ ਫੈਲਟ ਦ ਪ੍ਰੈਜ਼ੈਂਸ ਆਫ ਦ ਗੁਰੂ। ਅਸੀਂ ਜਿਹੜੇ ਅੱਜ ਕੋਈ ਪਿਛਲੇ 30 ਸਾਲਾਂ ਵਿੱਚ ਵੀ ਗੱਲ ਕਰਦੇ ਹਾਂ, ਹੁਣ ਵੀ ਕਈ ਬੈਠੇ ਹੋਣਗੇ, ਬਟ ਨਾਟ ਇਨਫ ਆਫ ਅਸ ਫੀਲ ਦ ਡਿਵਾਈਨ ਪ੍ਰੈਜ਼ੈਂਸ। ਦਿਸ ਇਜ਼ ਦ ਪ੍ਰੋਬਲਮ। ਜੇ ਅਸੀਂ ਵਾਕਈ ਫੀਲ ਕਰਦੇ ਹੋਈਏ ਇਸ ਪ੍ਰੈਜ਼ੈਂਸ ਨੂੰ, ਫਿਰ ਕੋਈ ਮੁਲਕ ਕੀ ਆ ਤੇ ਰਿਸੋਰਸਿਸ ਕੀ ਨੇ, ਇਹ ਗੱਲਾਂ ਛੋਟੀਆਂ ਰਹਿ ਜਾਂਦੀਆਂ। ਜਿਹੜਾ ਵੀ ਇਸ ਪ੍ਰੈਜ਼ੈਂਸ ਨੂੰ ਫੀਲ ਕਰਦਾ, ਇਹਨੂੰ ਜੇ ਮੈਂ ਵਿਸਾਖੀ ਨਾਲ ਰਲਾਵਾਂ ਤੇ 10ਵੇਂ ਪਾਤਸ਼ਾਹ ਬਾਰੇ ਪ੍ਰਥਾਈ ਦੇ ਖਾਲਸੇ ਦੀ ਪ੍ਰਥਾਈ ਗੱਲ ਕੀਤੀ, ਉਹ ਕੀ ਕਹਿੰਦੇ ਸੀ? ਉਹਨਾਂ ਨੇ ਚਿੱਤ ਦੇ ਮੂੰਹ ਦੋ ਗੱਲਾਂ ਕੀਤੀਆਂ ਨੇ ਕਿ ਮੂੰਹ ਵਿੱਚੋਂ ਕੀ ਬੋਲਿਆ ਜਾ ਰਿਹਾ ਤੇ ਚਿੱਤ ਵਿੱਚ ਕੀ ਚੱਲ ਰਿਹਾ। ਮਤਲਬ ਅਸੀਂ ਜੇ ਕਿਸੇ ਨੂੰ ਹਲਾਕ ਵੀ ਕਰਨਾ ਸੀ, ਸੌਦਾ ਵੀ ਲਾਉਣਾ ਸੀ, ਤਾਂ ਵੀ ਮੂੰਹ ਤੋਂ ਵਾਹਿਗੁਰੂ ਹੀ ਨਿਕਲਣਾ ਚਾਹੀਦਾ। This is something we are being taught as part of our training. ਮਤਲਬ ਸਾਡੀ ਲਾਈਫ ਦੇ ਵਿੱਚ ਹਰ ਵੇਲੇ ਪ੍ਰੈਜ਼ੈਂਸ ਕਿਵੇਂ ਰਵੇ, ਦਿਸ ਇਜ਼ ਦ ਕੁਐਸਚਨ। ਭਾਵੇਂ ਕੋਈ ਪਰਸਨਲ ਪ੍ਰੋਬਲਮ ਸੋਲਵ ਕਰਨੀ ਹੈ, ਤੇ ਭਾਵੇਂ ਬਿਜ਼ਨਸ ਪ੍ਰੋਬਲਮ, ਤੇ ਭਾਵੇਂ ਪੰਥਕ ਪ੍ਰੋਬਲਮ ਆ। ਤੇ ਜੇ ਇਹ ਪ੍ਰੋਬਲਮ ਸਾਡੇ ਕੋਲੋਂ ਸੋਲਵ ਨਹੀਂ ਹੋ ਰਹੀ, ਮੇਰੇ ਕੋਲ ਵੀ ਬੜੀ ਲੰਬੀ ਲਿਸਟ ਆ, ਹੋਰ ਵੀ ਲਿਸਟਾਂ ਇੱਥੇ ਹੋਣਗੀਆਂ, ਪਹਿਲਾਂ ਵੀ ਗੱਲ ਹੋਈ ਆ। ਫਿਰ ਗੁਰਬਾਣੀ ਦਾ ਹੀ ਕਥਨ ਹੈ, ਮਨ ਪਰਦੇਸੀ ਜੇਥੀਏ ਸਭ ਦੇਸ ਪਰਾਇਆ, ਕਿਸ ਪੈ ਖੋਲੂ ਗੰਠੜੀ ਦੁਖੀ ਪਰ ਆਇਆ। If you yourself feel that you are a foreigner, your mind is foreign to you, ਮਤਲਬ ਰੱਬ ਦੇ ਨਾਲ ਨਹੀਂ ਜੁੜਿਆ ਹੋਇਆ, ਤਾਂ ਜਿਹੜੀ ਲਿਸਟ ਹੈਗੀ ਨਾ, ਲਾਂਡਰੀ ਲਿਸਟ ਅਸੀਂ ਜਿਹੜੇ ਕਹਿੰਦੇ ਆ, ਉਹ ਨਹੀਂ ਮੁੱਕੂਗੀ। There are too many problems. In fact, I remember ਮੈਂ 10 ਸਾਲ ਪਹਿਲਾਂ ਨਿਊ ਦਿੱਲੀ ਦੇ ਵਿੱਚ ਸਿੱਖਾਂ ਦਾ ਇੱਕ ਸੰਗਠਨ ਹੋਇਆ ਸੀ, 12 ਸਾਲ ਹੋ ਗਏ ਇਸ ਗੱਲ ਨੂੰ। ਉੱਥੇ ਉਹ ਕਨਸਟੀਟਿਊਸ਼ਨਲ ਰਿਵਿਊ ਦੇ ਐਂਗਲ ਤੋਂ ਗੱਲ ਕਰ ਰਹੇ ਸੀ। ਉੱਥੇ ਸਰ ਪਤਵੰਤ ਸਿੰਘ ਨੇ ਸਪੀਚ ਦਿੱਤੀ ਸੀ, ਉਹਨਾਂ 'ਚ ਇਹਨਾਂ ਫਰੇਜ਼ ਯੂਜ਼ ਕਰਤੀ ਸੀ 12 ਸਾਲ ਪਹਿਲੇ। ਉਹ ਕਹਿ ਰਹੇ ਸੀ ਕਿ ਵੀ ਆਰ ਅੰਡਰ ਸੀਜ, ਐਂਡ ਸੀਜ ਦਾ ਮਤਲਬ ਹੁੰਦਾ ਜਿੱਥੇ ਤੁਸੀਂ ਹਰ ਪਾਸਿਓਂ ਘਿਰ ਜਾਂਦੇ ਹੋ, ਐਕੈਡੈਮਿਕਲੀ, ਪੋਲੀਟੀਕਲੀ, ਸੋਸ਼ਲੀ, ਕਲਚਰਲੀ, ਲਿੰਗੁਇਸਟਿਕਲੀ, ਜਿਹੜੀ ਮਰਜ਼ੀ ਤੁਸੀਂ ਬ੍ਰਾਂਚ ਲੈ ਲਓ ਸਟੱਡੀ ਦੀ। ਜਦ ਅੰਡਰ ਸੀਜ ਬੰਦਾ ਹੋ ਜਾਂਦਾ, ਫਿਰ ਅਸੀਂ ਇੱਕ ਇਸ਼ੂ ਨੂੰ ਸੋਲਵ ਕਰਨ ਦੀ ਥਾਂ ਪਹਿਲਾਂ ਇਹ ਦੇਖਣਾ ਪੈਂਦਾ ਕਿ ਵੱਡਾ ਕੰਮ ਕੀ ਕਰੀਏ। What are the major issues? For example, ਵਿਸਾਖੀ ਦੀ ਗੱਲ ਚੱਲ ਰਹੀ ਹੈ, 10ਵੇਂ ਪਾਤਸ਼ਾਹ ਦੇ ਸਾਹਮਣੇ ਵੀ ਜੇ ਆਪਾਂ ਸਿੰਪਲਿਸਟਿਕ ਰੂਪ ਵਿੱਚ ਉਹਨੂੰ ਪ੍ਰੈਜ਼ੈਂਟ ਕਰੀਏ, ਦੋ ਆਪਸ਼ਨ ਸੀਗੀਆਂ, ਪਹਿਲਾਂ ਹਾਊਸ ਕਲੀਨਿੰਗ ਕਰੀਏ ਜਾਂ ਪਹਿਲਾਂ ਜਿਹੜੀ ਮੁਗਲ ਡਾਇਨੈਸਟੀ ਨੂੰ ਕਲੀਨ ਕਰੀਏ। ਯੂ ਨੋ ਵਾਟ ਹੀ ਡਿਡ। ਅਸੀਂ ਕਈ ਵਾਰ ਹਾਊਸ ਕਲੀਨਿੰਗ ਵਿੱਚ ਇਹਦੇ ਫਸ ਜਾਂਦੇ ਆ, ਵੱਡਾ ਇਸ਼ੂ ਪਿੱਛੇ ਰਹਿ ਜਾਂਦਾ। ਸੋ ਹਾਊਸ ਕਲੀਨਿੰਗ ਦੇ ਆਪਣੀ ਥਾਂ ਹੁੰਦੀ ਆ,
when you establish yourself to get somewhere. But basic point I'm trying to make is ਅਸੀਂ ਆਪਣੇ ਇੱਕ ਦੂਜੇ ਨਾਲ ਵੀ ਆਪਣੇ ਮਾਈਂਡ ਨਾਲ ਵੀ ਅਸੀਂ ਫੋਰਨ ਦੇ ਲੈਵਲ ਤੇ ਵਿਚਰ ਰਹੇ ਹਾਂ। ਮਤਲਬ ਆਪਣੇ ਘਰ ਦੇ ਵਿੱਚ ਹੀ, ਆਪਣੇ ਵਾਤਾਵਰਣ ਦੇ ਵਿੱਚ ਵੀ, ਆਪਣੀ ਸੰਸਥਾਵਾਂ ਵਿੱਚ ਵੀ ਅਸੀਂ ਫੋਰਨਰਸ ਬਣ ਗਏ। ਐਕਚੁਅਲੀ ਸਾਡੇ ਵਿੱਚ ਇਹ ਆ ਗਿਆ ਕਿ ਉਹ ਅਲੱਗ ਆ। ਉਹ ਭਾਵੇਂ ਖਾੜਕੂ ਜਥੇਬੰਦੀ ਹੈ, ਭਾਵੇਂ ਰਿਲੀਜੀਅਸ ਜਥੇਬੰਦੀ ਹੈ, ਭਾਵੇਂ ਗੁਰਦੁਆਰੇ ਦੀ ਜਥੇਬੰਦੀ ਹੈ। when we feel this condition, ਜਿਹੜੇ ਯੂਰੋਪੀਅਨ ਐਸ ਅਰਨੈਸਟ ਗੈਲਨਰ ਵਰਗਿਆਂ ਨੇ ਇਹਨੂੰ ਅਦਰ ਕੰਡੀਸ਼ਨ ਕਿਹਾ, ਗੁਰਬਾਣੀ ਵਿੱਚ ਇਹਨੂੰ ਦੂਜਾ ਭਾਵ ਕਿਹਾ ਹੋਇਆ। ਤੇ ਅਦਰਨੈਸ ਨੂੰ ਜਦ ਖਤਮ ਕਰਾਂਗੇ, ਖਾਲਸੇ ਦੀਆਂ ਜਿਹੜੀਆਂ ਟ੍ਰੈਡੀਸ਼ਨਸ ਨੇ, ਕਿਉਂਕਿ ਵਿਸਾਖੀ ਅਗਲੇ ਹਫਤੇ ਆ ਰਹੀ ਹੈ, ਉਹਨੂੰ ਆਪਾਂ ਇਹਦੇ ਵਿੱਚ ਲੈ ਕੇ ਆਉਂਦੇ ਇਸ ਕਨਵਰਸੇਸ਼ਨ ਦੇ ਵਿੱਚ। ਖਾਲਸਾ ਟ੍ਰੈਡੀਸ਼ਨ ਦੇ ਵਿੱਚ ਅਦਰ ਨਹੀਂ ਹੈਗਾ ਕੋਈ। ਜਿਹੜਾ ਅਦਰ ਹੈਗਾ ਉਹ ਆਪ ਡਿਸਾਈਡ ਕਰ ਰਿਹਾ ਕਿ ਮੈਂ ਤੁਹਾਡਾ ਹਿੱਸਾ ਨਹੀਂ ਬਣਨਾ, ਬਟ ਜਿਹੜੇ ਇਹਦੇ ਵਿੱਚ ਨੇ ਉਹ ਨਹੀਂ ਡਿਸਾਈਡ ਕਰਦੇ that they are someone else। ਕੋਈ ਸਟ੍ਰੇਂਜਰ ਨਹੀਂ ਹੈ ਇਹਦੇ ਵਿੱਚ ਤੇ ਕੋਈ ਵੀ ਅਜਨਬੀ ਨਹੀਂ ਹੈ। ਆਪਾਂ ਕਹਿੰਦੇ ਨਾ ਕੋ ਬੈਰੀ ਨਾ ਹੈ ਬੇਗਾਨਾ। Somebody can say Sikhs are my enemy, Sikhs cannot say we have enemy। ਸਾਡਾ enemy ਦਾ ਕੰਮ ਤੋਂ ਲੋਕ ਮੰਗ ਕਰ ਰਿਹਾ। ਕਹਿਣ ਨਾ ਪਾਵੇ ਕਿ ਜਦ ਹਿੰਦੁਸਤਾਨ ਦੀ ਗਵਰਨਮੈਂਟ ਕਹਿੰਦੀ ਹੈ ਕਿ ਸਿੱਖ ਸਾਡੇ enemy ਨੇ, we should be very clear, we should say we are not enemies of anyone, neither India nor Hindus। We are enemies of the system which bankrupts everyone। and ਇਹ ਸਾਡਾ ਸ਼ੁਰੂ ਤੋਂ ਥੀਸਸ ਰਿਹਾ, ਗੁਰੂ ਨਾਨਕ ਸਾਹਿਬ ਦਾ ਇਹ ਥੀਸਸ ਰਿਹਾ। ਖਾਲਸਾ ਰਵਾਇਤ ਵਿੱਚ ਵੀ ਮੈਂ ਤਿੰਨ ਗੱਲਾਂ ਕਰਨੀਆਂ ਚਾਹਾਂਗਾ ਕਿ ਵਿਸਾਖੀ ਦੇ ਲੈਵਲ ਤੇ ਵੀ ਜੇ ਅਸੀਂ ਇਹਨਾਂ ਚੀਜ਼ਾਂ ਨੂੰ ਦੇਖਣਾ ਹੈਗਾ, the first thing we need to do is reflect on who we are as a community। ਸਾਡਾ ਮਿਸ਼ਨ ਕੀ ਹੈ ਇੱਥੇ? ਗੁਰੂ ਨਾਨਕ ਸਾਹਿਬ ਦਾ ਕੀ ਮਿਸ਼ਨ ਸੀਗਾ? ਜਿਹੜਾ ਸਿੱਕਾ ਉਹਨਾਂ ਨੇ ਜਾਰੀ ਕੀਤਾ ਸੀ ਉਹਦਾ ਕੀ ਪਰਪਸ ਸੀਗਾ ਨਿਰਮਲ ਪੰਥ ਦਾ? ਭਾਈ ਗੁਰਦਾਸ ਦੇ ਲਫ਼ਜ਼ਾਂ ਵਿੱਚ ਜਦ 10ਵੇਂ ਪਾਤਸ਼ਾਹ ਬਾਰੇ ਕਿਹਾ ਜਾਂਦਾ ਹੈ ਕਿ ਉਹਨਾਂ ਨੇ ਖਾਲਸਾ ਪੰਥ ਬਣਾਇਆ, he is not starting just any other religion। ਉਹਦਾ ਤਾਂ ਖੰਡਨ ਕੀਤਾ ਹੋਇਆ ਕਿੰਨੀ ਥਾਵਾਂ ਤੇ ਕਿ ਆਮ ਰਿਲੀਜਨ ਜਿਹੜੇ ਖੜੇ ਹੋਏ ਸੀਗੇ। Why are we here? ਸਾਨੂੰ ਇਸ ਗੱਲ ਤੇ ਰਿਫਲੈਕਟ ਕਰਨਾ ਪੈਣਾ। The first issue is what is the purpose of the Khalsa? What is the purpose? Egalitarian society ਨੂੰ ਇੱਥੇ ਕਾਇਮ ਕਰਨਾ ਸੀਗਾ, ਜਿਹਨੂੰ ਅਸੀਂ ਹਲੀਮੀ ਰਾਜ ਕਹਿ ਲਓ ਜਾਂ ਸੱਤੇ ਬਲਵੰਡ ਹੋਣਾ ਦੀ ਵਾਰ ਦੇ ਮੁਤਾਬਕ ਜੇ ਦੇਖਣਾ। ਗੁਰੂ ਨਾਨਕ ਸਾਹਿਬ came into this world not to start a religion but to start a particular way to rule। ਨਾਨਕ ਰਾਜ ਚਲਾਇਆ ਸੱਚ ਕੋਟ ਸਤਾਣੀ ਨੀਂਹ ਤੇ। ਉਹ ਰੂਲ ਉਹਨਾਂ ਨੇ ਐਸਟੈਬਲਿਸ਼ ਕੀਤਾ। ਰੂਲ ਹੁੰਦਾ ਗਵਰਨੈਂਸ ਦਾ ਤਰੀਕਾ, ਕਿਹੜੇ ਤਰੀਕੇ ਨਾਲ ਸਿਸਟਮ ਬਣਾਏ ਜਾਣ। ਇੱਕ ਨਵਾਂ ਸਿਸਟਮ ਦਿੱਤਾ। ਉਸ ਸਿਸਟਮ ਦੀ ਜਿਹੜੀ ਫਾਊਂਡੇਸ਼ਨ ਸੀਗੀ ਉਹ ਸੱਚ ਦੇ ਉੱਤੇ ਉਹਨਾਂ ਨੇ ਕਿਲਾ ਉਸਾਰਿਆ। This is the tradition ਗੁਰੂ ਨਾਨਕ ਸਟਾਰਟਡ। ਤੇ 10ਵੇਂ ਪਾਤਸ਼ਾਹ ਤੱਕ ਦੇਖੋ ਕਿੰਨੇ ਕਿਲੇ ਬਣ ਗਏ ਸੀਗੇ। ਹੁਣ 1984 ਤੱਕ ਵੀ ਕਿੰਨੇ ਬੁੰਗੇ ਸੀਗੇ ਵਾਚ ਟਾਵਰਸ। ਇਹ ਕਿਉਂ ਸਿਸਟਮੈਟਿਕਲੀ ਸਾਡੇ ਟ੍ਰੇਨਿੰਗ ਗਰਾਊਂਡਸ, ਸਾਡੇ ਜਿਹਨੂੰ ਅਸੀਂ ਵੈਸਟ ਵਿੱਚ ਲਿਬਰਲ ਇੰਸਟੀਟਿਊਸ਼ਨਸ ਕਹਿੰਦੇ ਆ, ਸਿੱਖਾਂ ਦੇ ਡਿਸਮੈਂਟਲ ਕੀਤੇ ਜਾ ਰਹੇ ਨੇ। ਸਾਨੂੰ ਰਿਫਲੈਕਟ ਕਰਨਾ ਪੈਣਾ। ਖਾਲਸਾ ਇਜ਼ ਨਾਟ ਜਸਟ ਟੂ ਟੇਕ ਅੰਮ੍ਰਿਤ ਐਂਡ ਫੀਲ ਗੁੱਡ ਅਬਾਊਟ ਦ ਨਿਤਨੇਮ ਯੂ ਡਿਡ। ਇਹ ਸਾਡਾ ਡਿਸਿਪਲਿਨ ਆ। The reason to exist for us as community, as the collective is to set up an egalitarian society। ਇੱਕ ਖਾਸ ਕਿਸਮ ਦਾ ਗਵਰਨੈਂਸ ਦਾ ਤਰੀਕਾ ਚਾਹੀਦਾ। ਤੇ ਜੇ ਗਵਰਨੈਂਸ ਦਾ ਤਰੀਕਾ ਗੁਰਦੁਆਰੇ ਦਾ ਮਾੜਾ, ਅਸੀਂ ਉਹਦੇ ਖਿਲਾਫ ਵੀ ਲੜਾਂਗੇ। ਜੇ ਸਾਡਾ ਜਥੇਦਾਰ ਮਾੜਾ, ਅਸੀਂ ਉਹਦੇ ਖਿਲਾਫ ਵੀ ਲੜਾਂਗੇ। ਜੇ ਸਰਕਾਰ ਮਾੜੀ ਆ, ਅਸੀਂ ਉਹਨੂੰ ਵੀ ਭੱਟ ਜ਼ਾਲਮ ਦੇ ਲਫ਼ਜ਼ਾਂ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਭਾਈ ਆਪਣੇ ਗੱਲ ਹੋਈ ਸੀ, ਭਾਈ ਅਵਤਾਰ ਸਿੰਘ ਹੋਣਾ ਨੇ ਉਹਨਾਂ ਨੇ ਸ਼ਬਦ ਪੜ੍ਹਿਆ ਬੜੇ ਵਧੀਆ ਤਰੀਕੇ ਨਾਲ। ਉਹ ਦੱਸ ਰਹੇ ਨੇ ਕਿ who is ਗੁਰੂ ਅਮਰਦਾਸ happy with। ਉਹ ਕਹਿੰਦੇ ਨੇ ਤੇਨਰ ਕਰਕੇ ਉਹ ਲਾਈਨ ਸ਼ੁਰੂ ਹੋ ਰਹੀ ਹੈ ਤੇ ਇਵੈਂਚੁਅਲੀ ਇੱਕ ਲਾਈਨ ਆਉਂਦੀ ਹੈ, ਤੇਨਰ ਉਥਪ ਵਿਥਪੈ। ਗੁਰੂ ਅਮਰਦਾਸ ਸੁਪ੍ਰਸੰਨ ਕਿਹਨਾਂ ਦੇ ਨੇ ਕਿ ਜਿਹੜੇ ਰਾਜ ਖੋ ਵੀ ਸਕਦੇ ਨੇ ਤੇ ਐਸਟੈਬਲਿਸ਼ ਵੀ ਕਰ ਸਕਦੇ ਨੇ। This is what's recorded in Guru Granth Sahib। So ਸਾਡਾ ਪਰਪਸ ਇਹ ਅਸੀਂ ਸਵੈ ਪ੍ਰਚੋਦਤਾ ਕਰੀਏ ਕਿ ਖਾਲਸਾ ਕੋਈ ਆਮ ਡਿਸਪਲਿਨ ਜਾਂ ਆਮ ਰਿਲੀਜਨ ਨਹੀਂ ਆ। ਇਹਨੇ ਇੱਕ ਗਵਰਨੈਂਸ ਦੇ ਤਰੀਕਿਆਂ ਨੂੰ ਐਸਟੈਬਲਿਸ਼ ਕਰਨਾ ਹੈਗਾ। This is what Guru Nanak did according to Guru Granth Sahib। ਬਾਹਰਲੀਆਂ ਗੱਲਾਂ ਤਾਂ ਜਿਹੜੀ ਪਤਾ ਨੇ ਹੈਗੀਆਂ ਨੇ, ਗੁਰੂ ਗ੍ਰੰਥ ਸਾਹਿਬ ਵਿੱਚ ਕਲੀਅਰਲੀ ਸੱਤੇ ਬਲਵੰਡ ਹੋਣਾ ਨੇ ਰਿਕਾਰਡ ਕੀਤਾ। ਦੂਸਰੀ ਗੱਲ ਫਿਰ ਆਉਂਦੀ ਹੈ ਕਿ ਜਦ ਅਸੀਂ ਰਿਫਲੈਕਸ਼ਨ ਕਰ ਰਹੇ ਹਾਂ ਵਿਸਾਖੀ ਵਾਲੇ, ਵਿਸਾਖੀ ਦੇ ਆਉਣ ਵੇਲੇ ਕਿ ਖਾਲਸੇ ਦਾ ਪਰਪਸ ਕੀ ਆ, then second thing is how do we revive this? Again problems ਤਾਂ ਬੜੀਆਂ ਨੇ। we are under siege। ਇਹਨੂੰ ਪੁਨਰ ਸੁਰਜੀਤ ਕਿਵੇਂ ਕੀਤਾ ਜਾਵੇ? ਜਿਹਨੂੰ ਅਸੀਂ ਚੜ੍ਹਦੀ ਕਲਾ ਕਹਿੰਦੇ ਸੀਗੇ, ਉਹ ਇੱਕ ਫਰੇਜ਼ ਦੇ ਐਂਗਲ ਤੋਂ ਕਿਵੇਂ ਖਤਮ ਹੋ ਜਾਵੇ ਤੇ ਉਹ ਪ੍ਰੈਕਟਿਸ ਵਿੱਚ ਆ ਜਾਵੇ। This is what revival is। ਅਸੀਂ ਕੋਈ ਚੀਜ਼ ਚੇਂਜ ਨਹੀਂ ਕਰਨੀ। ਇਹ ਸਕਾਲਰਸ ਲਿਖਦੇ ਨੇ ਸਿੱਖਾਂ ਨੂੰ ਜਿਹੜੇ ਸਟੱਡੀ ਕਰ ਰਹੇ ਨੇ ਕਿ ਜੀ ਸਿੱਖਾਂ ਦੇ ਵਿੱਚ ਤਬਦੀਲੀਆਂ ਆ ਗਈਆਂ ਸੀ। ਪਹਿਲਾਂ ਵੀ ਡਾਕਟਰ ਸਾਹਿਬ ਨੇ ਵੀ ਗੱਲ ਕੀਤੀ ਹੈ ਗੁਰਦਾਮਪੁਰ ਹੁੰਦੇ ਕਿ ਬੜੇ ਗਲਤ ਹੈ ਸਿੱਖਾਂ ਨਾਲ, ਤੋਂ ਉਹ ਬਿਲਕੁਲ ਠੀਕ ਕਹਿ ਰਹੇ ਸੀਗੇ। ਕੋਈ ਤਬਦੀਲੀ ਨਹੀਂ ਆਈ ਸੀ ਗੁਰੂ ਨਾਨਕ ਸਾਹਿਬ ਤੋਂ ਲੈ ਕੇ 10ਵੇਂ ਪਾਤਸ਼ਾਹ ਤੱਕ। It was the same system which was continuing। ਫਿਰ ਅਸੀਂ ਉਸ ਸਿਸਟਮ ਨੂੰ ਅੱਜ ਕਿਵੇਂ ਰਿਵਾਈਵ ਕਰੀਏ? ਜਿਵੇਂ 100 ਸਾਲ ਪਹਿਲਾਂ ਉਹ ਰਿਵਾਈਵ ਕੀਤਾ ਗਿਆ। ਐਕਚੁਅਲੀ ਐਵਰੀ 30 ਇਅਰਸ ਉਹ ਰਿਵਾਈਵ ਹੁੰਦਾ। ਇਹ ਇੱਕ ਸਾਈਕਲਿਕਲ ਟ੍ਰੈਂਡ ਹੈਗਾ ਸਿੱਖ ਹਿਸਟਰੀ ਦੇ ਵਿੱਚ।
ਹੁਣ ਤੁਹਾਡੀ ਤੇ ਮੇਰੇ ਸਾਹਮਣੇ ਇਹ ਇੱਕ ਚੁਣੌਤੀ ਹੈਗੀ। 60s ਵਿੱਚ ਇੱਕ ਮੂਵਮੈਂਟ ਹੋਇਆ ਸੀ, 50s ਲੇਟ 50s ਤੋਂ ਸ਼ੁਰੂ ਹੋ ਕੇ 80s ਤੇ 90s ਵਿੱਚ ਇੱਕ ਮੂਵਮੈਂਟ ਹੋਇਆ, ਹੁਣ 30 ਸਾਲ ਹੋਣ ਲੱਗੇ ਨੇ। ਇਟਸ ਯੋਰ ਐਂਡ ਮਾਈ ਟਾਈਮ ਕਿ ਅਸੀਂ ਰਿਵਾਈਵ ਕੀ ਕਰਨਾ। ਅਸੀਂ ਵਿਸ਼ਲੇਸ਼ਣ ਕਰੀਏ ਜ਼ਰੂਰ, but the question is what are you and I doing to revive a movement? ਰੈਵੋਲੂਸ਼ਨ ਦਾ ਨੈਕਸਟ ਚੈਪਟਰ ਮੈਂ ਅਨਫੋਲਡ ਕਰਨ ਦੀ ਤੁਹਾਡੀ ਤੇ ਮੇਰੀ ਤਿਆਰੀ ਦੀ ਲੋੜ ਆ। ਇਹਦੇ ਵੱਲ ਤਵੱਜੋ ਅਸੀਂ ਜ਼ਰੂਰ ਦਈਏ। ਇਹ ਚੜ੍ਹਦੀ ਕਲਾ ਅਦਰਵਾਈਜ਼ ਸਿਰਫ ਹਿਸਟਰੀ 'ਚ ਰਹਿ ਜਾਊਗੀ। ਜਿਵੇਂ ਪੰਜਾਬੀ ਦੀ ਪੁਰਾਣੀ ਫਾਰਸੀ ਦੀ ਇੱਕ ਫਰੇਜ਼ ਆਉਂਦੀ ਸੀ, ਪਿਦਰੇ ਮਨ ਸੁਲਤਾਨ ਨੂੰ, ਸਾਡਾ ਵੀ ਉਹ ਹਾਲ ਨਾ ਹੋ ਜਾਏ ਕਿ ਮੇਰਾ ਪਿਓ ਸੁਲਤਾਨ ਹੁੰਦਾ ਸੀ। ਸੋ ਵਾਟ, ਕੁਐਸਚਨ ਇਜ਼ ਵਾਟ ਆਰ ਵੀ ਟੁਡੇ। ਇਹ ਮਹਿਬੂਬ ਸਾਹਿਬ ਦੀ ਜਿਹੜੀ ਕਿਤਾਬ ਹੈਗੀ ਸਹਿਜ ਰਚਿਓ ਖਾਲਸਾ, ਉਹਦੇ ਵਿੱਚ ਉਹਨਾਂ ਨੇ ਐਂਡ ਆਫ ਦਾ ਬੁੱਕ ਉਹਨਾਂ ਨੇ ਸ਼ੇਕਸਪੀਅਰ ਨੂੰ ਨਾ ਇੰਗਲਿਸ਼ ਵਿੱਚ ਕੋਟ ਕੀਤਾ। ਉੱਥੇ ਉਹਨਾਂ ਨੇ ਲਿਖਿਆ ਦ ਕਰਾਊਨ ਹੈਜ਼ ਫਾਲਨ ਵੀ ਮਸਟ ਹੈਵ ਸਿਨਡ। ਸਾਨੂੰ ਵੀ ਦੇਖਣਾ ਪੈਣਾ ਸਾਡੇ ਵਿਵਹਾਰ ਵਿੱਚ ਕੀ ਪ੍ਰੋਬਲਮ ਆ ਗਈ ਆ ਕਿ ਅਸੀਂ ਇਸ ਸਪਿਰਿਟ ਨੂੰ ਰਿਵਾਈਵ ਨਹੀਂ ਕਰ ਪਾ ਰਹੇ। ਇਹ ਸਪਿਰਿਟ ਰਿਵਾਈਵ ਕਰਨ ਲਈ ਇਹ ਸਾਡਾ ਰਿਵਾਈਵਲ ਬਹੁਤ ਜ਼ਿਆਦਾ ਜ਼ਰੂਰੀ ਆ। ਉਸ ਰਿਵਾਈਵਲ ਦੇ ਵਿੱਚ ਸਾਰਾ ਕੁਝ ਹੀ ਆਊਗਾ, ਜਿਹੜੀਆਂ ਇਕਨੋਮਿਕ ਗੱਲਾਂ ਨੇ, ਪੋਲੀਟੀਕਲ, ਕਿਉਂਕਿ ਕਲਚਰ ਦੇ ਵਿੱਚ ਧਰਮ ਤੇ ਸੱਭਿਆਚਾਰ ਦਾ ਡਿਵੋਰਸ ਨਹੀਂ ਹੋ ਸਕਦਾ ਕਿ ਅਸੀਂ ਅਨਨੈਸੈਸਰੀ ਕਰਨ ਲੱਗੇ ਹੋਏ ਅੱਜ ਕੱਲ੍ਹ। ਕੋਈ ਕਹਿੰਦਾ ਜੀ ਕੱਲੇ ਫਿਰ ਮਿਸ਼ਨਰੀਆਂ ਵਾਂਗੂ ਸ਼ੁਰੂ ਹੋ ਜਾਂਦੇ ਨੇ, ਕੱਲੇ ਕੋਈ ਖਾੜਕੂ ਹੁੰਦਾ ਤੋਂ ਸ਼ੁਰੂ ਹੋ ਜਾਂਦਾ, ਕੱਲਾ ਕੋਈ ਜਿਹੜੀਆਂ ਵੱਡੀਆਂ ਪਈਆਂ ਹੋਈਆਂ। ਇਟਸ ਐਵਰੀਥਿੰਗ ਕਮਸ ਟੁਗੇਦਰ। ਕਲਚਰ ਜਿਹੜਾ ਹੈਗਾ ਉਹਦੀ ਕੋਈ ਵੀ ਇੱਕ ਹਿੱਸਾ ਉਹਦੇ ਚੋਂ ਐਬਸੈਂਟ ਨਹੀਂ ਹੁੰਦਾ। ਸਾਡਾ ਕੰਮ ਆ ਰਿਵਾਈਵਲਿਜ਼ਮ ਦਾ। ਚੰਗੇ ਸੰਗੀਤਕਾਰ, ਚੰਗਾ ਲਿਟਰੇਚਰ, ਚੰਗੇ ਪੋਲੀਟੀਸ਼ੀਅਨਸ, ਚੰਗੇ ਖਾੜਕੂ, ਚੰਗੀ ਇਕਨੋਮਿਕ ਥਿਓਰੀਜ਼, ਚੰਗੀਆਂ ਪੋਲੀਟੀਕਲ ਥਿਓਰੀਜ਼ ਸਿੱਖਾਂ ਨੇ ਦਿੱਤੀਆਂ ਨੇ। 100 ਸਾਲ ਪਹਿਲਾਂ ਵੀ ਦਿੱਤੀਆਂ ਨੇ। ਬੈਂਕਿੰਗ ਸਿਸਟਮ ਨਵਾਂ ਬਣਾ ਕੇ ਦਿੱਤਾ, ਪੰਜਾਬੀ ਪ੍ਰੈਸ ਖੜੀ ਕਰਕੇ ਦਿਖਾਈ, ਪੰਜਾਬ ਦੇ ਨਵੇਂ ਨੋਵਲ ਕ੍ਰੀਏਟ ਕਰਕੇ ਦਿਖਾਏ, ਪੰਜਾਬ ਦੇ ਹਿੰਦੁਸਤਾਨ ਨੂੰ ਆਜ਼ਾਦ ਕਰਨ ਦੇ ਤਰੀਕੇ ਨਵੇਂ ਕਰਕੇ ਬਣਾਏ, ਗੁਰਦੁਆਰਿਆਂ ਨੂੰ ਆਜ਼ਾਦ ਤਰੀਕੇ ਕਰਕੇ ਦਿਖਾਏ। ਉਹਦੇ ਪਿੱਛੇ ਇੱਕ ਚੜ੍ਹਦੀ ਕਲਾ ਦਾ ਰਿਵਾਈਵਲ ਸਿਸਟਮ ਖੜਾ ਹੋਇਆ ਸੀ। ਸਾਨੂੰ ਉਸ ਸਿਸਟਮ ਨੂੰ ਕ੍ਰੀਏਟ ਕਰਨ ਦੀ ਲੋੜ ਆ, ਜਿਹਨੂੰ ਅਸੀਂ ਕਹਾਂਗੇ ਜਿਹੜਾ ਵਿਸਾਖੀ ਵਾਲੇ ਦਿਨ ਇੱਕ ਇਨਸਪੀਰੇਸ਼ਨ ਭਰ ਕੇ ਜਿਹੜੀ 10ਵੇਂ ਪਾਤਸ਼ਾਹ ਨੇ ਦਿੱਤੀ ਸੀ। ਦਿਸ ਇਜ਼ ਆਰ ਜੌਬ ਅਗੇਨ ਟੁਡੇ। ਬਿਫੋਰ ਵੀ ਰਿਸਪੌਂਡ, ਅਸੀਂ ਨਾ ਬਹੁਤ ਛੇਤੀ ਰਿਸਪੌਂਸ ਦੇਣਾ ਚਾਹੁੰਦੇ ਹਾਂ। ਰਿਸਪੌਂਸ ਇਜ਼ ਅ ਥਰਡ ਸਟੈਪ। ਪਹਿਲੀ ਗੱਲ ਹੈ ਰਿਫਲੈਕਟ ਕਰੋ ਕਿ ਖਾਲਸਾਈਆਂ ਜਿਹੜੀਆਂ ਰਵਾਇਤਾਂ ਨੇ, ਟ੍ਰੈਡੀਸ਼ਨਸ ਨੇ, ਉਹਨਾਂ ਨੂੰ ਕਿਵੇਂ ਦੁਬਾਰਾ ਸੁਰਜੀਤ ਕੀਤਾ ਜਾਵੇ। ਫਿਰ ਸੁਰਜੀਤ ਕਰਨ ਦੀ ਇਹ ਚੜ੍ਹਦੀ ਕਲਾ ਦੀ ਨਿਸ਼ਾਨੀ ਦੁਬਾਰਾ ਲਿਆਉਣੀ ਪੈਣੀ ਆ ਕਿ ਸਾਨੂੰ ਭਾਵੇਂ ਵੱਡਾ ਘੱਲੂਕਾਰਾ, ਭਾਵੇਂ ਛੋਟਾ ਘੱਲੂਕਾਰਾ, ਭਾਵੇਂ 84 ਦਾ ਘੱਲੂਕਾਰਾ, another ਘੱਲੂਕਾਰਾ, ਉਹਨਾਂ ਨੇ ਵਿਦਿਨ 18 months ਫਤਿਹ ਪ੍ਰਾਪਤ ਕਰ ਲਈ ਸੀਗੀ। ਲਾਹੌਰ ਵੀ ਫਤਿਹ, ਸਰਹੰਦ ਵੀ ਫਤਿਹ, ਅੰਮ੍ਰਿਤਸਰ ਵੀ ਫਤਿਹ। ਹੁਣ ਸਾਡੇ 30 ਸਾਲ ਹੋਣ ਲੱਗੇ ਨੇ। ਅਸੀਂ ਇਹੀ ਸੁਰਜੀਤ ਕਰ ਲਈਏ ਕਿ ਅਕਾਲ ਤਖਤ ਨੂੰ ਇੰਡੀਪੈਂਡੈਂਟ ਕਿਵੇਂ ਕਰਨਾ। ਮੇਬੀ ਦਿਸ ਨੀਡਸ ਟੂ ਬੀ, ਆਈ ਐਮ ਨਾਟ ਸੇਇੰਗ ਕਿ ਇਹਨੂੰ ਹੀ ਬਣਾਓ ਕਰਨਾ ਮੁੱਦਾ, ਬਟ ਮੁੱਦਾ ਜ਼ਰੂਰ ਬਣਾਓ ਕਿ ਅਸੀਂ ਚੜ੍ਹਦੀ ਕਲਾ ਨੂੰ ਰਿਵਾਈਵ ਕਿਵੇਂ ਕਰਨਾ। ਚੜ੍ਹਦੀ ਕਲਾ ਨੂੰ ਸਿਰਫ ਫਰੇਜ਼ੋਲੋਜੀ ਵਿੱਚ ਨਹੀਂ ਰੱਖਣਾ, ਬਟ ਇਹਨੂੰ ਇੱਕ ਆਪਣੇ ਲਾਈਫ ਸਟਾਈਲ ਦਾ ਬਿਹੇਵੀਅਰ ਬਣਾਉਣਾ, ਐਵਰੀਡੇ ਬਿਹੇਵੀਅਰ ਬਣਾਉਣਾ, ਜਿਹਦੇ ਵਿੱਚ ਸਾਨੂੰ 24/7 ਡਿਵਾਈਨ ਪ੍ਰੈਜ਼ੈਂਸ ਹੋਵੇ। ਫਿਰ ਮੌਕਾ ਹੁੰਦਾ ਰਿਸਪੌਂਡ ਕਰਨ ਦਾ। ਦੈਨ ਕਮਸ ਦਾ ਰਿਸਪੌਂਸ। ਸਾਡਾ ਰਿਸਪੌਂਸ ਕੀ ਹੋਵੇ। ਅੱਜ 7 ਅਪ੍ਰੈਲ ਦਾ ਦਿਨ ਆ। ਮੈਂ ਆਪਣੇ ਕੀ ਰਿਸਪੌਂਸ ਬਣਾਉਣੇ, ਮੈਂ ਹਿਸਟਰੀ ਦੇ ਲੈਵਲ ਤੇ 2 ਰਿਸਪੌਂਸ ਦੱਸਦਾ ਜਿਹੜੇ ਅੱਜ ਹੋਏ ਨੇ। 1924 ਦੇ ਵਿੱਚ ਅੱਜ ਦੇ ਦਿਨ ਤੀਸਰਾ ਸ਼ਹੀਦੀ ਜੱਥਾ 500 ਦਾ ਜੈਤੋ ਗੰਗਸਰ ਦੇ ਮੋਰਚੇ ਲਈ ਤੁਰਿਆ ਸੀ। ਉਹ ਕੀ ਸੀ ਮੋਰਚਾ? ਕਈ ਵਾਰ ਸਾਨੂੰ ਲੱਗਦਾ ਨਾ ਮੋਰਚੇ ਇਕੱਲੇ ਸਿਰਫ ਸਪਿਰਿਚੁਅਲ ਇਸ਼ੂਜ਼ ਹੁੰਦੇ ਸੀ। ਜਿਹੜਾ ਅੱਜ ਮੋਰਚਾ ਤੁਰਿਆ ਸੀਗਾ, ਜਿਹੜਾ ਗੰਗਸਰ ਜੈਤੋ ਦਾ ਇਸ਼ੂ ਸੀਗਾ, ਇਟ ਵਾਸ ਕੰਪਲੀਟਲੀ ਪੋਲੀਟੀਕਲ। ਮਹਾਰਾਜਾ ਰਿਪੁਦਮਨ ਸਿੰਘ ਨਾਭੇ ਦੇ ਜਿਹੜੇ ਹੁੰਦੇ ਸੀ, ਉਹਨਾਂ ਨੂੰ ਹਟਾ ਦਿੱਤਾ ਗਿਆ ਸੀ। ਪਟਿਆਲੇ ਵਾਲੇ ਸਰਕਾਰ ਨਾਲ ਰਲੇ ਹੋਏ ਸੀ। ਸਿੱਖਾਂ ਨੇ ਉਹਨਾਂ ਨੂੰ ਦੁਬਾਰਾ ਰੀਐਸਟੈਬਲਿਸ਼ ਕਰਨ ਲਈ ਮੋਰਚੇ ਸ਼ੁਰੂ ਕੀਤੇ। ਕੰਪਲੀਟਲੀ ਪੋਲੀਟੀਕਲ ਕੰਮ ਸੀਗਾ। ਤੇ ਉਹ ਮੋਰਚਿਆਂ ਵਿੱਚ ਆਮ ਬੰਦੇ ਨੇ, ਇਹ ਸਾਡਾ ਕੰਮ ਹੈਗਾ ਕਿ ਆਮ ਬੰਦੇ ਨੂੰ ਕਿਵੇਂ ਐਕਸਾਈਟ ਕਰੀਏ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਇੱਕ ਕ੍ਰੀਏਟਿਵ ਐਕਸਾਈਟਮੈਂਟ ਪੈਦਾ ਕੀਤੀ ਸੀਗੀ। ਆਮ ਬੰਦਾ 1924 ਦੇ ਵਿੱਚ ਮੋਰਚਿਆਂ ਵਿੱਚ ਸ਼ਾਮਲ ਹੋਣ ਲਈ ਤਿਆਰ ਹੋ ਗਿਆ। ਆਮ ਬੰਦਾ, ਉਹਦੇ ਵਿੱਚ ਬੀਬੀਆਂ ਦੀ ਗੱਲ ਹੋਈ ਹੈ। 22 ਸਾਲ ਦੀ ਬੀਬੀ ਬਲਬੀਰ ਕੌਰ ਵੀ ਉਹਦੇ ਵਿੱਚ ਤੁਰੀ, ਜਿਹਦਾ ਆਪਣਾ ਮੁੰਡਾ ਵੀ ਉਸ ਮੋਰਚੇ ਵਿੱਚ ਹਲਾਕ ਕਰ ਦਿੱਤਾ ਗਿਆ ਸੀ। ਸ਼ਹਾਦਤ ਪ੍ਰਾਪਤ ਕੀਤੀ ਸੀ ਉਹਨੇ। ਉਸ ਵੇਲੇ ਮੋਰਚੇ ਵਿੱਚ ਉਹਨੂੰ ਸ਼ਾਮਲ ਨਹੀਂ ਕੀਤਾ ਜਾ ਰਿਹਾ ਸੀ। ਸ਼ੀ ਵੈਂਟ ਟੂ ਦਾ ਜਥੇਦਾਰ। ਸ਼ੀ ਸੈਡ, what she said very simply, she said ਕਿ ਜਦੋਂ ਮੈਂ ਅੰਮ੍ਰਿਤ ਛਕਿਆ ਸੀ, ਮੈਨੂੰ ਤਾਂ ਦੱਸਿਆ ਗਿਆ ਸੀ ਮੇਰਾ ਪਿਓ ਵੀ ਗੁਰੂ ਗੋਬਿੰਦ ਸਿੰਘ ਆ ਤੇ ਮੇਰੀ ਮਾਤਾ ਵੀ ਸਾਹਿਬ ਜ਼ੋ ਕੌਰ ਆ, ਫਿਰ ਮੈਂ ਕਿਉਂ ਨਹੀਂ ਮੋਰਚੇ ਲੱਗ ਸਕਦੀ। ਐਂਡ ਜਥੇਦਾਰ ਉਹ ਸਮਾਰਟ ਇਨਫ, ਉਹਨੇ ਆਪਣਾ ਮਾਈਂਡ ਚੇਂਜ ਕਰ ਲਿਆ ਉਸੇ ਵੇਲੇ। ਸੋ ਜਿਵੇਂ ਅਸੀਂ ਕਹਿੰਦੇ ਸਰਕਾਰਾਂ ਤੋਂ ਅਸੀਂ ਹੱਕ ਮੰਗਦੇ ਨਹੀਂ, ਅਸੀਂ ਤਾਂ ਲੈਣੇ ਨੇ। I mean, nobody gives you rights. Same thing applies within the community. Nobody will give it. Men will never give it. You have to take it away from them. This is how things get done. So basically ਜਿਹੜੀ ਰਿਵਾਈਵਲ ਦੀ ਗੱਲ ਆ ਰਹੀ ਆ, ਮੋਰਚਿਆਂ ਦੀ ਵੀ ਗੱਲ ਆ ਰਹੀ ਆ। ਅੱਜ ਕਿਸ ਕਿਸਮ ਦਾ ਮੋਰਚਾ ਲੱਗੇ ਕਿ ਅਸੀਂ ਹਰ ਛੋਟੇ ਇਸ਼ੂ ਤੇ ਮੋਰਚਾ ਬਣਾ ਲੈਣਾ, ਹਰ ਗੱਲ ਤੇ ਅਸੀਂ ਰੋਸ ਪ੍ਰਗਟ ਕਰੀਏ, ਜਾਂ ਕੋਈ ਵੱਡੀ ਗੱਲ ਦੇ ਮੋਰਚੇ ਖੜੇ ਕਰੀਏ।
ਬਿਕੋਜ਼ ਇਹ ਇੱਕ ਹਿੰਦੁਸਤਾਨ ਦੀ ਤੁਹਾਨੂੰ ਚੰਡੀਗੜ੍ਹ ਦੇ ਵਿੱਚ ਤਾਂ ਚੌਂਕ ਹੀ ਲੱਗਿਆ ਹੋਇਆ ਉੱਥੇ, ਮੈਂ ਉੱਥੇ ਰਹਿ ਗਿਆ 5 ਸਾਲ, ਉੱਥੇ ਹਰ ਰੋਜ਼ ਹੀ ਕਿਸੇ ਨਾ ਕਿਸੇ ਦਾ ਮੋਰਚਾ ਲੱਗਿਆ ਹੁੰਦਾ ਸੀ। ਉਹਨਾਂ ਨੇ ਪਰਮਾਨੈਂਟਲੀ ਰੱਖ ਲਿਆ ਕਿ ਇੱਥੇ ਆ ਕੇ ਲਾ ਦਿਆ ਕਰੋ, ਇਟ ਲੂਜ਼ਸ ਦੀ ਸਪੋਰਟ। ਸਾਨੂੰ ਜੇ ਮੋਰਚਾ ਲਾਉਣਾ ਹੈਗਾ ਜਿਵੇਂ 1924 ਵਿੱਚ ਲੱਗਿਆ ਸੀ ਅੱਜ ਵਾਲੇ ਦਿਨ, ਉਹ ਇੱਕ ਪੋਲੀਟੀਕਲ ਇਸ਼ੂ ਸੀਗਾ। ਸੋ ਜਿਹੜਾ ਆਪਾਂ ਕਹਿੰਦੇ ਆ ਨਾ ਕਿ ਅਸੀਂ ਜੀ ਪੰਗਾ ਨਹੀਂ ਲੈਣਾ, ਇਹ ਦਿਸ ਇਜ਼ ਦੀ ਆਨਸਰ, ਜੇ ਨਹੀਂ ਲਾਉਂਗੇ ਤਾਂ ਕੁਝ ਵੀ ਨਹੀਂ ਹੋਊਗਾ। ਜਾਤ ਪਾਤ ਸਿੰਘਨ ਕੀ ਦੰਗਾ ਹੀ ਇਨ ਗੁਰਸੇ ਮੰਗਾ, ਰਿਕਾਰਡਸ ਰਤਨ ਸਿੰਘ ਭੰਗੂ ਕਿ ਸਿੱਖਾਂ ਦੀਆਂ ਕੈਸਟ ਨਹੀਂ ਹੁੰਦੀਆਂ ਸੀ, ਮਤਲਬ ਸਾਡਾ ਬਿਹੇਵੀਅਰ, ਤੁਸੀਂ ਕਿੱਥੋਂ ਜੰਮੇ ਹੋ, ਕਿਹੜੇ ਇਲਾਕੇ ਚੋਂ ਆਏ ਹੋ, ਅਸੀਂ ਨਹੀਂ ਦੇਖਦੇ ਸੀ। ਅਸੀਂ ਤਾਂ ਇਹ ਕਹਿੰਦੇ ਸੀ, ਗੁਰੂ ਸਾਹਿਬ ਨੂੰ ਕਿਹਾ ਕਿ ਸਾਡਾ ਲਾਈਫ ਸਟਾਈਲ ਕੀ ਬਣ ਜਾਵੇ ਕਿ ਜਿੱਥੇ ਇੰਪੋਰਟੈਂਟ ਪੰਗਾ ਲੈਣ ਦੀ ਲੋੜ ਆ ਉੱਥੇ ਜ਼ਰੂਰ ਲੈ ਲਈਏ। ਦਿਸ ਇਜ਼ ਆਰ ਕੈਸਟ, ਸਾਡੀ ਜਾਤ ਇਹ ਆ। ਇਹ ਜਾਤ ਨੂੰ ਅਸੀਂ ਰਿਵਾਈਵ ਕਰੀਏ ਤੇ ਦੂਜੀ ਜਾਤਾਂ ਚੋਂ ਬਾਹਰ ਆਈਏ, ਇਹ ਰਿਸਪੌਂਸ ਦਈਏ। ਸੈਕੰਡ ਗੱਲ ਜਿਹੜੀ ਅੱਜ ਦੀ ਕਰਨ ਵਾਲੀ ਹੈ, 1948 ਵਿੱਚ 40s ਦਾ ਸਮਾਂ ਬਹੁਤ ਕਨਫਿਊਜ਼ਿੰਗ ਸੀਗਾ, ਤੁਹਾਨੂੰ ਵੀ ਪਤਾ ਹੈਗਾ, ਮੈਨੂੰ ਤਾਂ ਇਹਦੀ ਪੂਰੀ ਸਮਝ ਲੰਘ ਨਹੀਂ ਰਹੀ। ਮੈਂ ਬੜੀਆਂ ਕਿਤਾਬਾਂ ਵੀ ਦੇਖੀਆਂ ਨੇ, ਡਿਪੈਂਡਿੰਗ ਔਨ ਹੂ ਯੂ ਆਸਕ, ਕੋਈ ਕਿਸੇ ਨੂੰ ਹੀਰੋ ਬਣਾ ਜਾਂਦਾ, ਕੋਈ ਕਿਸੇ ਨੂੰ ਵਿਲਨ ਬਣਾ ਜਾਂਦਾ। ਬਟ ਉਹ ਬੜਾ ਕਨਫਿਊਜ਼ਿੰਗ ਟਾਈਮ ਹੈ, ਸਪੈਸ਼ਲੀ ਜਦ ਹਿੰਦੁਸਤਾਨ ਆਜ਼ਾਦ ਹੋ ਜਾਂਦਾ ਤੇ 1948 ਦੇ ਵਿੱਚ ਅਕਾਲੀ ਦਲ ਦੇ ਇੱਕ ਫੈਕਸ਼ਨ ਵੱਲੋਂ ਇਹ ਪ੍ਰੈਜ਼ੈਂਟ ਕੀਤਾ ਜਾਂਦਾ ਕਿ ਅਸੀਂ ਆਪਣੀ ਪਾਰਟੀ ਨੂੰ ਖਤਮ ਕਰੀਏ ਤੇ ਕਾਂਗਰਸ ਦੇ ਨਾਲ ਰਲ ਜਾਈਏ। ਫੈਕਸ਼ਨ ਬਣੇ ਹੋਏ ਸੀ ਉਹਨਾਂ ਦੇ ਨਾਲ। 7 ਅਪ੍ਰੈਲ 1948 ਵਾਲੇ ਦਿਨ ਅਕਾਲੀ ਪਾਰਟੀਆਂ ਦੇ ਅਦਰ ਫੈਕਸ਼ਨਸ ਗਾਟ ਟੁਗੇਦਰ ਤੇ ਉਹਨਾਂ ਨੇ ਰੈਜ਼ੋਲੂਸ਼ਨ ਪਾਸ ਕੀਤਾ, ਅਸੀਂ ਕਾਂਗਰਸ ਨਾਲ ਨਹੀਂ ਰਲ ਸਕਦੇ। ਹੁਣ ਅੱਜ ਦੇ ਲੈਵਲ ਤੇ ਜੇ ਟਿੱਪਣੀ ਕਰਨੀ ਹੋਵੇ, ਅਸੀਂ ਪੋਲੀਟੀਕਲੀ ਵੀ ਨਹੀਂ ਇਹ ਸੋਚ ਰਹੇ ਹਾਂ ਕਿ ਰਲਣਾ ਕਿਹਦੇ ਨਾਲ ਹੈ ਤੇ ਕਿਸੇ ਨਾਲ ਨਹੀਂ ਰਲਣਾ। ਅੱਜ ਕੱਲ ਜੇ ਸਾਡੀ ਅਕਾਲੀ ਪਾਰਟੀ ਨੇ ਜਿਹੜੇ ਇਹ ਐਕਚੁਅਲੀ ਜਿਹਦੀ ਹਿਸਟਰੀ ਇਹ ਹੈਗੀ, ਜਿਹਨੂੰ ਬੜੀ ਕਲੈਰਿਟੀ ਸੀਗੀ ਕਿ ਕਾਂਗਰਸ ਦੇ ਇੰਟਰਸਟ ਹੈਗਾ, ਪਾਰਟੀ ਦਾ ਇੰਟਰਸਟ ਹੈ ਇੰਡੀਆ ਦਾ, ਐਕਚੁਅਲੀ ਇਲੀਟਸ ਦਾ, ਸੂਡੋ ਸੈਕੂਲਰਿਸਟ ਪਾਰਟੀ ਹੈਗੀ ਆ ਉਹ, ਤੇ ਅਕਾਲੀਆਂ ਦਾ ਸੀਗਾ ਇੰਟਰਸਟ ਸਿੱਖ ਪਾਰਟੀ ਦਾ। 1920s ਵਿੱਚ ਅਕਾਲ ਤਖਤ ਤੇ ਆਗਾਜ਼ ਹੋਈ ਹੈ ਤੇ ਜੇ ਉਹ ਆਪਣਾ ਮੈਨੀਫੈਸਟੋ ਚੇਂਜ ਕਰ ਰਹੇ ਨੇ 95 ਦੇ ਵਿੱਚ, ਮੋਗਾ ਕਾਨਫਰੰਸ ਵਿੱਚ ਉਹਨਾਂ ਨੇ ਕਿਹਾ ਤਾਂ ਕਿ ਅਸੀਂ ਪੰਜਾਬੀ ਪਾਰਟੀ, ਅਸੀਂ ਸਿੱਖ ਪਾਰਟੀ ਨਹੀਂ ਆ। ਤੇ ਅੱਜ ਜਦ ਅਸੀਂ ਡਿਸੀਜਨ ਲੈਣੇ ਹੁੰਦੇ ਆ, ਦੇ ਆਰ ਕਲੀਅਰ ਵਾਟ ਦੇ ਆਰ ਡੂਇੰਗ, ਵੀ ਆਰ ਨਾਟ ਕਲੀਅਰ ਵਾਟ ਵੀ ਆਰ ਡੂਇੰਗ। ਸਾਨੂੰ ਆਪਣੀ ਇੰਟਰਸਟ ਨੂੰ, ਸਿੱਖ ਇੰਟਰਸਟ ਨੂੰ ਬਰਕਰਾਰ ਰੱਖਣ ਲਈ ਕਿਹੜੇ ਰੈਜ਼ੋਲੂਸ਼ਨਸ ਤੇ ਕਿਹੜੀ ਪਾਰਟੀ ਨਾਲ ਮਲਗੋਬਾ ਹਰ ਵੇਲੇ ਰਿਹਾ, 40s ਵਿੱਚ ਵੀ ਰਿਹਾ, 60s ਵਿੱਚ ਵੀ ਰਿਹਾ, 80s ਵਿੱਚ ਵੀ ਰਿਹਾ, ਹੁਣ ਵੀ ਰਹੂਗਾ। ਕੁਐਸਚਨ ਇਹ ਹੈ ਕਿ ਜਿਨ੍ਹਾਂ ਨੇ ਰਿਫਲੈਕਸ਼ਨ ਕਰਨੀ ਆ, ਜਿਨ੍ਹਾਂ ਨੇ ਰਿਵਾਈਵਲਿਜ਼ਮ ਵੱਲ ਜਾਣਾ, ਜਦੋਂ ਉਹਨਾਂ ਨੇ ਰਿਸਪੌਂਸ ਦੇਣਾ, ਉਹਨਾਂ ਦੇ ਵਿੱਚ ਕਲੈਰਿਟੀ ਹੋਣੀ ਚਾਹੀਦੀ ਹੈ ਕਿ ਅਸੀਂ ਕਿਹੜੇ ਪਰਪਸ ਲਈ ਇਕੱਠੇ ਹੋ ਰਹੇ ਹਾਂ। ਗੁਰਬਾਣੀ ਮੁਤਾਬਕ, ਸਿੱਖ ਹਿਸਟਰੀ ਮੁਤਾਬਕ, ਹਿਸਟੋਰੀਕਲੀ ਦੇਖੋ ਸਿੱਖ ਇਕੱਠੇ ਕਿਸ ਲੈਵਲ ਤੇ ਹੋਏ ਨੇ, ਐਲਾਨ ਕਰਕੇ ਕਦੇ ਨਹੀਂ ਹੋਏ। ਜਦੋਂ ਸੇਵਾ ਕਰਨ ਲੱਗਦੇ ਸੀ ਇਕੱਠੇ ਹੋ ਜਾਂਦੇ ਸੀ, ਕਿਉਂਕਿ ਜਿਹੜੇ ਪੇਪਰਾਂ ਵਿੱਚ ਇਕੱਠੇ ਹੋਣਾ ਮੀਨਸ ਨਥਿੰਗ। We have to become together for a particular project, particular mission ਜਿਹਨੂੰ ਕਿਹਾ ਜਾਂਦਾ। ਸਾਡਾ ਮਿਸ਼ਨ ਕਲੀਅਰ ਕਰਨ ਦੀ ਲੋੜ ਆ, ਇਹ ਉਹਨੂੰ ਫਿਰ ਅਸੀਂ ਰਿਸਪੌਂਸ ਦੇਵਾਂਗੇ ਤਾਂ ਗੱਲ ਬਣੂਗੀ। ਹੁਣ ਮੈਂ ਇੱਥੇ ਵੀ ਬੈਠਾ ਦੇਖ ਰਿਹਾ, ਮੋਸਟਲੀ ਬੁੱਢਾ ਦਲ ਇੱਥੇ ਬੈਠਾ ਹੈਗਾ, ਆਈ ਐਮ ਐਂਟਰਿੰਗ ਬੁੱਢਾ ਦਲ ਐਸ ਵੈਲ, ਹੌਲੀ। ਹੁਣ ਤਰਨਾ ਦਲ ਜਿਹੜਾ ਸੀਗਾ, ਤੁਸੀਂ ਸਾਡੀ ਸਾਰੀ ਹਿਸਟਰੀ ਦੇਖ ਲਓ, ਬੁੱਢਾ ਦਲ ਦਾ ਕੰਮ ਹੁੰਦਾ ਸੀ ਪਲੈਨਿੰਗ ਦਾ, ਤਰਨਾ ਦਲ ਦਾ ਹੁੰਦਾ ਸੀ ਇੰਪਲੀਮੈਂਟੇਸ਼ਨ ਦਾ। ਸਾਨੂੰ ਵੀ ਇਹ ਚੇਂਜ ਕਰਨਾ ਪੈਣਾ, ਰਿਵਾਈਵ ਇਟ। ਵਾਈ ਇਸ ਤਰਨਾ ਦਲ 5K ਦੀ ਉੱਥੇ ਅੱਜ ਦੌੜ ਲਾ ਰਿਹਾ ਮੈਨਹਟਨ ਦੇ ਵਿੱਚ, ਪਰ ਨਨ ਆਫ them are sitting here। ਉਹ ਫਿਰ ਆਪਣੇ ਚੀਜ਼ਾਂ ਕਰ ਰਹੇ ਆ, ਅਸੀਂ ਆਪਣੀਆਂ ਚੀਜ਼ਾਂ ਕਰ ਰਹੇ ਆ। ਸਾਨੂੰ ਸੀਰੀਅਸ ਲੈਵਲ ਤੇ ਆਪਣਾ ਰਿਸਪੌਂਸ ਦੇਣ ਤੋਂ ਪਹਿਲਾਂ ਰਿਫਲੈਕਸ਼ਨ ਲਿਆਉਣ ਦੀ ਲੋੜ ਆ। ਉਸ ਰਿਫਲੈਕਸ਼ਨ ਵਿੱਚ ਮੈਂ ਇਹ ਕਰ ਰਿਹਾ ਕਿ ਸਾਡਾ ਐਕਚੁਅਲੀ ਮਿਸ਼ਨ ਸ਼ੁਰੂ ਤੋਂ ਰਿਹਾ ਹੈਗਾ ਕਿ ਅਸੀਂ ਇਗੈਲਿਟੇਰੀਅਨ ਸੋਸਾਇਟੀ ਕਾਇਮ ਕਰਨੀ ਹੈ, ਹਲੀਮੀ ਰਾਜ ਕਾਇਮ ਕਰਨਾ, ਬੇਗਮਪੁਰਾ ਕਾਇਮ ਕਰਨਾ, ਕਰਤਾਰਪੁਰ ਕਰਤਾ ਵਸੈ ਸੰਤਨ ਕੇ ਪਾਸ ਕਾਇਮ ਕਰਨਾ। ਦਿਸ ਇਜ਼ ਵਾਟ ਗੁਰਬਾਣੀ ਇਜ਼ ਟਾਕਿੰਗ ਅਬਾਊਟ। ਫਿਰ ਇਹ ਕਨਫਿਊਜ਼ਨ ਨਹੀਂ ਹੋਣਾ ਚਾਹੀਦਾ ਇਕੱਠੇ ਕਿਸ ਕੰਮ ਲਈ ਹੋ ਰਹੇ ਹਾਂ। ਤੇ ਸੈਕੰਡ ਗੱਲ ਹੈ, ਜੇ ਅਸੀਂ ਇਹ ਕੰਮ ਲਈ ਇਕੱਠੇ ਹੋਣਾ, ਫਿਰ ਉਹ ਚੜ੍ਹਦੀ ਕਲਾ ਦੀ ਸਪਿਰਿਟ ਨੂੰ ਰਿਵਾਈਵ ਕਰੀਏ, ਡਿਫੀਟਿਸਟ ਐਟੀਟਿਊਡ ਖਤਮ ਕਰੀਏ, ਲੇਕਿਨ ਜਦ ਐਨਾਲਿਸਿਸ ਕਰਨਾ ਬਹੁਤ ਕ੍ਰਿਟੀਕਲੀ ਹੋ ਕੇ ਕਰੀਏ। ਜੇ ਅਸੀਂ ਆਪਣੇ ਆਪ ਨੂੰ ਜੇ ਪਰੇਸ਼ਾਨੀਆਂ ਖਤਮ ਕਰਨੀਆਂ ਗੁਰਬਾਣੀ ਦੇ ਮੁਤਾਬਕ, ਤਾਂ ਓਨਲੀ ਵੇ ਟੂ ਡੂ ਦੈਟ ਇਜ਼ ਬੰਦੇ ਖੋਜ ਦਿਲ ਹਰ ਰੋਜ਼। ਜੇ ਅਸੀਂ ਆਪਣੇ ਆਪ ਨੂੰ ਕ੍ਰਿਟੀਕਲੀ ਐਗਜ਼ਾਮਨ ਨਹੀਂ ਕਰਾਂਗੇ, ਫਿਰ ਇੱਕ ਦੂਜੇ ਨੂੰ ਝੂਠੀ ਹੱਲਾਸ਼ੇਰੀ ਦੇਈ ਜਾਵਾਂਗੇ, ਕੁਝ ਨਹੀਂ ਠੀਕ ਹੋਊਗਾ। ਬਟ ਜਦ ਅਸੀਂ ਇਕੱਠੇ ਹੋ ਜਾਣਾ, ਫਿਰ ਅਸੀਂ ਗਾਹਾਂ ਦੀ ਗੱਲ ਕਰਨੀ ਹੈ। ਦਿਸ ਇਜ਼ ਵਾਟ ਗੁਰਬਾਣੀ ਟੀਚਰਸ। ਜਦ once we are together, but to get together you have to sort out the issues। ਅਸੀਂ ਇਸ਼ੂਜ਼ ਨਾਲ ਡੀਲ ਕਰਨਾ ਨਹੀਂ ਚਾਹੁੰਦੇ, ਸੋ ਫੋਕੇ ਲੈਵਲ ਤੇ ਇਕੱਠੇ ਹੋ ਜਾਂਦੇ ਆ, ਥੋੜੀ ਦੇਰ ਬਾਅਦ ਫਿਰ ਬਿਖਰ ਜਾਂਦੇ ਆ। ਜੇ ਵਾਕਈ ਇਕੱਠੇ ਹੋ ਜਾਵਾਂਗੇ, ਫਿਰ ਦੇਖ ਕੇ ਅਡਿਟ ਕਰਨਾ ਅਸੀਂ ਬੰਦ ਕਰ ਦਾਂਗੇ, ਫਿਰ ਅਸੀਂ ਗਾਹਾਂ ਦੀ ਗੱਲ ਕਰਾਂਗੇ, ਫਿਰ ਅਸੀਂ ਪੋਜ਼ਿਟਿਵ ਐਟੀਟਿਊਡ ਦੀ ਗੱਲ ਕਰਾਂਗੇ। ਉਸ ਲੈਵਲ ਤੇ ਫਿਰ ਅਸੀਂ ਡਿਫੀਟ ਐਕਸੈਪਟ ਨਹੀਂ ਕਰਾਂਗੇ, ਜਿਵੇਂ ਪੁਰਾਤਨ ਸਿੱਖਾਂ ਨੇ ਵੀ ਕਦੇ ਨਹੀਂ ਕੀਤੀ ਸੀ ਤੇ ਅਸੀਂ ਵੀ ਨਹੀਂ ਹੁਣ ਕਰ ਸਕਦੇ, ਕਿਉਂਕਿ ਗੁਰਬਾਣੀ ਦਾ ਫਿਰ ਕਥਨ ਹੈ ਕਿ ਜਿਹੜਾ ਐਕਚੁਅਲੀ ਸੇਵਾ ਕਰਨ ਤੁਰ ਪੈਂਦਾ, ਫਿਰ ਉਹਦੇ ਲਈ ਬੁਰਾ ਨਹੀਂ ਸਭ ਭਲਾ ਹੀ ਹੈ ਰੇ, ਹਾਰ ਨਹੀਂ ਸਭ ਜਿੱਤੇ। ਇਹ ਸਾਰਿਆਂ ਲਈ ਨਹੀਂ ਹੈ। ਉੱਥੇ ਰਾਵ ਦੀ ਲਾਈਨ 'ਚ ਲਿਖਿਆ, ਐਸੋ ਜਨ ਬਿਰਲੋ ਹੈ ਸੇਵਕ। ਬਟ ਉਹ ਰੇਅਰ ਪਰਸਨੈਲਿਟੀਜ਼ ਨੇ ਜਿਹੜੀਆਂ ਸੈਲਫ ਡਿਫੀਟਿਸਟ ਨਹੀਂ ਹੁੰਦੀਆਂ।
ਕਿਉਂਕਿ ਉਹਨਾਂ ਦੀ ਲਾਈਫ ਵਿੱਚ ਡਿਵਾਈਨ ਪ੍ਰੈਜ਼ੈਂਸ ਆਈ ਹੋਈ ਹੈ, ਕਿਉਂਕਿ ਉਹ ਐਲਾਨ ਦੇ ਲੈਵਲ ਤੇ ਇਕੱਠੇ ਨਹੀਂ ਹੋ ਰਹੇ ਨੇ, ਉਹ ਮਿਸ਼ਨ ਦੇ ਲੈਵਲ ਤੇ ਇਕੱਠੇ ਹੋ ਰਹੇ ਨੇ। ਉਹਨਾਂ ਦੀ ਲਾਈਫ ਦੇ ਵਿੱਚ 24/7 ਡਿਵਿਨਿਟੀ ਆਪਰੇਟ ਹੋ ਰਹੀ ਹੈ। ਤੇ ਹੋਇਆ ਸਾਡੇ ਨਾਲ ਇਸ ਵੱਡੇ ਲੈਵਲ ਤੇ ਸਾਡੇ ਨਾਲ ਇਹ ਹੋਇਆ ਕਿ ਇਕਬਾਲ ਵਰਗਿਆਂ ਨੇ ਬੜਾ ਕਲੀਅਰਲੀ ਲਿਖਿਆ ਹੋਇਆ ਕਿ ਖਾਲਸਾ ਸ਼ਮਸ਼ੀਰੋਂ ਕੁਰਾਰਾਂ ਬਬੁਰਦ, ਕਿ ਖਾਲਸੇ ਨੇ ਪੰਜਾਬ ਦੇ ਵਿੱਚ ਮੁਸਲਮਾਨ ਦੀ ਕੁਰਾਨ ਤੇ ਤਲਵਾਰ ਦੋਨੋਂ ਛਿਨ ਲਈਆਂ। ਕੁਰਾਨ ਤੋਂ ਭਾਵ ਹੈਗਾ ਥਾਟ। ਅਸੀਂ ਸਾਈਕੀ ਦੇ ਲੈਵਲ ਤੇ, ਇਮੋਸ਼ਨ ਦੇ ਲੈਵਲ ਤੇ ਅਸੀਂ ਜ਼ਰੂਰ ਮੰਨਦੇ ਹਾਂ ਕਿ ਸਾਡਾ ਥਾਟ ਵੱਡਾ, ਬਟ ਮੋਸਟ ਆਫ ਅਸ ਡੋਂਟ ਫੀਲ ਦੈਟ। ਤਾਂ ਹੀ ਅਸੀਂ ਹੋਰ ਚੀਜ਼ਾਂ ਦੇ ਥਾਟਾਂ ਨੂੰ ਇਕੱਠਾ ਕਰਕੇ ਲਿਆਉਂਦੇ ਹਾਂ। ਉਹਨਾਂ ਨੂੰ ਸਟੱਡੀ ਕਰਨਾ ਸਾਡਾ ਬਣਦਾ। ਅਸੀਂ ਅੰਗਰੇਜ਼ੀ ਵੀ ਉਨੀ ਹੀ ਬੋਲਣੀ ਆ, ਬਟ ਪੰਜਾਬੀ ਵੀ ਸਾਨੂੰ ਆਉਣੀ ਚਾਹੀਦੀ ਹੈ। ਰਹਿਤਨਾਮਿਆਂ 'ਚ ਇਹ ਵੀ ਲਿਖਿਆ ਹੋਇਆ, ਆਪਾਂ ਇਹ ਗੱਲਾਂ 'ਚ ਨਾ ਫਸੀਏ। ਗੁਰਮੁਖੀ ਅੱਖਰ ਜੋ ਹੈ ਭਾਈ ਸਿੰਘ ਸਿੰਘਾਂ ਤੇ ਸਿੱਖਣ ਜਾਈ ਜ਼ਰੂਰ ਲਿਖਿਆ। ਅਗਲੀ ਲਾਈਨ ਵੀ ਦੇਖ ਲਓ, ਉੱਤੇ ਲਿਖਿਆ ਔਰ ਵੀ ਭਾਖਿਆ ਸਿੱਖਿਆ ਲਈ। ਲਰਨ ਆਲ ਦੀ ਲੈਂਗੁਏजेस, ਯੂ ਮਸਟ ਨੋ। ਗੁਰਬਾਣੀ ਦੇ 30% ਲੈਂਗੁਏਜ ਸਿਰਫ ਪੰਜਾਬੀ ਹੈ। ਸਾਨੂੰ ਲੈਂਗੁਏਜ ਵੀ ਸਿੱਖਣੀ ਪੈਣੀ ਹੈ, ਅੱਜ ਦੇ ਤਰੀਕੇ ਵੀ ਸਿੱਖਣੇ ਪੈਣੇ ਨੇ। ਅਸੀਂ ਯਹੂਦੀ ਕੀ ਕਰ ਰਹੇ ਨੇ, ਮੋਰਮਨਸ ਕੀ ਕਰ ਰਹੇ ਨੇ, ਇਸਮਾਈਲੀਜ਼ ਕੀ ਕਰ ਰਹੇ ਨੇ, ਸਾਰਾ ਕੁਝ ਸਾਨੂੰ ਦੇਖਣਾ ਚਾਹੀਦਾ। ਬਟ ਇਵੈਂਚੁਅਲੀ ਅਸੀਂ ਸੀਸ ਝੁਕਾਇਆ ਹੈਗਾ ਗੁਰੂ ਨਾਨਕ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿਸਟਮ ਅੱਗੇ। ਸਾਨੂੰ ਆਪਣਾ ਸਿਸਟਮ ਰਿਵਾਈਵ ਕਰਨਾ ਪੈਣਾ, ਜਿਹੜਾ ਸਿਸਟਮ 1805 ਦਾ ਅੰਡਰਮਾਈਨ ਹੋਇਆ 125 ਸਾਲ ਹੋ ਗਏ ਨੇ ਉਸ ਸਿਸਟਮ ਨੂੰ ਅੰਡਰਮਾਈਨ ਹੋਏ। 200 year almost, sorry. Obviously ਥੋੜੀ ਪੇਸ਼ੈਂਸ ਰੱਖੀ ਅਸੀਂ ਆਪਣੇ ਡਿਸੀਜਨਸ ਕਿਵੇਂ ਲੈਣੇ ਨੇ, ਸਰਬੱਤ ਖਾਲਸੇ ਵਾਲਾ ਸਿਸਟਮ ਕਿਵੇਂ ਲੈ ਕੇ ਆਉਣਾ ਵਾਪਸ, ਫਰਸਟ ਅਮੰਗ ਇਕੁਅਲਸ ਕਿਵੇਂ ਲੈ ਕੇ ਆਉਣਾ, ਇਹਦੇ ਵੱਲ ਤਵੱਜੋ ਦੇਣੀ ਜ਼ਰੂਰ ਸ਼ੁਰੂ ਕਰੀਏ। ਉਹਦੇ ਵਿੱਚ ਇਕੁਅਲ ਪਾਰਟਨਰਸ ਰੱਖੀਏ। ਗੱਲ ਇਹ ਬੜੀ ਵਿਸਥਾਰ ਨਾਲ ਹੋਈ ਸੀ। ਮੈਂ ਐਜ਼ ਅ ਰਿਮਾਈਂਡਰ ਸਿਰਫ ਕਹਿਣਾ ਚਾਹੁੰਦਾ, anywhere somebody feels they are a second or third class citizen, which means what, ਉਹ ਤੁਹਾਡੀ ਸੰਸਥਾ ਵਿੱਚ ਵੀ ਹੋ ਸਕਦਾ, ਸਾਡੇ ਘਰ ਵਿੱਚ ਵੀ ਹੋ ਸਕਦਾ, ਗੁਰਦੁਆਰੇ ਵਿੱਚ ਵੀ ਹੋ ਸਕਦਾ। ਜਿਹੜਾ ਵੀ ਬੰਦਾ ਸੋਚਦਾ ਕਿ ਮੇਰੀ ਗੱਲ ਨਹੀਂ ਸੁਣੀ ਜਾ ਰਹੀ, ਉੱਥੇ ਸਟੇਬਿਲਿਟੀ ਆ ਨਹੀਂ ਸਕਦੀ। ਕਾਇਮ ਦਾਇਮ ਸਦਾ ਪਾਤਸ਼ਾਹੀ ਉਸ ਵੇਲੇ ਹੋਊ ਜਿਹੜੀ ਸਾਡੀ ਰਹੀ ਹੈ, ਜਿਹੜੀ ਅਸੀਂ ਦੁਬਾਰਾ ਵੀ ਲਿਆ ਸਕਦੇ ਹਾਂ। ਕਿਉਂਕਿ ਸਾਨੂੰ ਪਾਤਸ਼ਾਹੀ, ਅਗੇਨ ਰਤਨ ਸਿੰਘ ਭੰਗੂ ਮੁਤਾਬਕ, ਅਸੀਂ ਕਿਸੇ ਸਰਕਾਰ ਤੋਂ ਪਾਤਸ਼ਾਹੀ ਨਹੀਂ ਲਈ, ਨਾ ਅਸੀਂ ਇਹ ਹੈਰੈਡਿਟਰੀ ਲੈਵਲ ਤੇ ਲਈਏ ਕਿ ਕਿਸੇ ਰਾਜੇ ਨੇ ਸਾਨੂੰ ਦਿੱਤੀ ਹੋਵੇ। ਰਤਨ ਸਿੰਘ ਭੰਗੂ ਨੇ ਜਦ ਕੈਪਟਨ ਮਰੇ ਨੂੰ ਡਾਕਟਰ ਸਰ ਡੇਵਿਡ ਆਕਰਲੈਂਡ ਲਈ ਜਵਾਬ ਭੇਜਿਆ ਸੀਗਾ, ਉਹਨੇ ਦੱਸਿਆ ਸੀਗਾ ਕਿ ਅਸੀਂ ਪਾਤਸ਼ਾਹੀ ਗੁਰੂ ਤੋਂ ਲਈ ਹੈ। ਵਿਚ ਮੀਨਸ ਜੇ ਸਾਡੀ ਲਾਈਫ ਵਿੱਚ ਗੁਰੂ ਨਹੀਂ, ਸਾਡੇ ਡਿਸੀਜਨ ਵਿੱਚ ਗੁਰੂ ਨਹੀਂ, ਜੇ ਸਾਡੇ ਮਾਈਂਡ ਦੇ ਵਿੱਚ ਗੁਰੂ ਨਹੀਂ, ਉੱਥੇ ਅਸੀਂ ਫੋਰਨਰ ਬਣੇ ਹੋਏ ਆ, ਫਿਰ ਸਾਡੀ ਪਾਤਸ਼ਾਹੀ ਵੀ ਉਸੇ ਤੱਕ ਪੋਸੀਬਲ ਨਹੀਂ। ਜਿਵੇਂ ਅਸੀਂ ਬੱਚੇ ਆ ਗੁਰੂ ਦੇ, ਆਪਾਂ ਕਹਿੰਦੇ ਆਮ ਲਫ਼ਜ਼ਾਂ ਵਿੱਚ, ਜੇ ਬੱਚਾ ਹੈਗੇ ਜੇ ਬੱਚਾ ਉਸ ਜਿੰਨਾ ਉਹ ਖਿੜੂਗਾ, ਜਿੰਨਾ ਉਹ ਗੁਰੂ ਦੇ ਨਾਲ ਜੁੜ ਕੇ ਖਿੜੂਗਾ, ਉਹ ਜ਼ਰੂਰ ਜਿੱਤੂਗਾ। ਪੋਸੀਬਲ ਹੀ ਹੈ ਨਹੀਂ ਕਿ ਉਹ ਹਾਰ ਜਾਵੇ। ਇਹ ਸਾਨੂੰ ਇਹਦੇ ਦੋ ਮਤਲਬ ਬਣ ਰਹੇ ਨੇ, ਮਤਲਬ ਅਸੀਂ ਨਹੀਂ ਵੀ ਜੁੜੇ ਹੋਏ ਤੇ ਜਾਂ ਬਹੁਤ ਘੱਟ ਜੁੜੇ ਹੋਏ ਆ, ਇਹਦਾ ਇਹ ਮਤਲਬ ਵੀ ਬਣਦਾ। ਅਸੀਂ ਜ਼ਰੂਰ ਜੁੜੀਏ। ਜੁੜਨ ਤੋਂ ਭਾਵ ਹੈਗਾ ਆਪਣੇ ਟ੍ਰੈਡੀਸ਼ਨਸ ਨੂੰ ਕਾਮਯਾਬ ਰੱਖਣਾ, ਉਹਦੇ ਵਿੱਚ ਵਿਮਨ ਨੂੰ ਇਕੁਅਲ ਪਾਰਟਨਰਸ ਬਣਾਉਣਾ। ਉਹਦੇ ਵਿੱਚ ਭਾਵੇਂ ਉਹ 10 ਸਾਲ ਦਾ ਕੋਈ ਆ, ਭਾਵੇਂ ਇਨਫੈਕਟ ਤੁਸੀਂ ਸਾਡੇ ਸਾਰੇ ਰੈਵੋਲੂਸ਼ਨਸ ਦੇਖ ਲਓ, 80s ਦੇ ਵੀ ਦੇਖ ਲਿਓ। ਮੈਂ ਇਹ ਨਹੀਂ ਕਹਿਣਾ ਕਿ ਬਜ਼ੁਰਗ ਬੰਦਿਆਂ ਦਾ ਯੋਗਦਾਨ ਨਹੀਂ ਆ, ਬਟ ਫੀਲਡ ਵਰਕਰਸ ਆਰ ਆਲ ਲੈਸ ਦੈਨ 40, ਆਲਮੋਸਟ ਆਲ ਕਹਿ ਲਓ। ਮਤਲਬ ਅਸੀਂ ਉਹਨਾਂ ਨੂੰ ਵੀ ਕਿਵੇਂ ਤਿਆਰ ਕਰਨਾ, ਇਹ ਬਹੁਤ ਵੱਡਾ ਚੈਲੰਜ ਸਾਡੇ ਕੋਲ ਹੈਗਾ। ਕਿਉਂਕਿ ਇਸ ਵੇਲੇ ਡਾਇਸਪੋਰਾ ਦੇ ਵਿੱਚ ਆਪਾਂ ਇੱਥੇ ਬੈਠੇ ਆ, ਸੈਕੰਡ ਜਨਰੇਸ਼ਨ ਅਲੱਗ ਆ, 1.5 ਜਨਰੇਸ਼ਨ ਮੇਰੇ ਵਰਗੀ ਅਲੱਗ ਆ, ਫਰਸਟ ਜਨਰੇਸ਼ਨ ਅਲੱਗ ਆ, ਸਾਰੇ ਇੱਕ ਦੂਜੇ ਨੂੰ ਕੋਸਦੇ ਰਹਿੰਦੇ ਆ। ਐਕਚੁਅਲੀ ਸਾਡੇ ਕੋਲ ਗੋਲਡਨ ਓਪਰਚੁਨਿਟੀ ਆ। ਲੋਕੀ ਪੁੱਛਦੇ ਨੇ ਇਸ ਦਿਸ ਦਾ ਵਰਸਟ ਟਾਈਮ ਔਰ ਦਾ ਬੈਡ ਟਾਈਮ? ਮੈਂ ਤਾਂ ਕਹਿੰਦਾ ਦਿਸ ਇਜ਼ ਦਾ ਬੈਸਟ ਆਫ ਦਾ ਟਾਈਮ। ਆਈ ਡੋਂਟ ਬਿਲੀਵ ਦਿਸ ਇਜ਼ ਦਾ ਵਰਸਟ ਟਾਈਮ। ਕਿਉਂ ਇਹ ਬੈਸਟ ਆਫ ਦਾ ਟਾਈਮ ਆ? ਸਾਡੇ ਕੋਲ ਗੁਰਬਾਣੀ ਮੁਤਾਬਕ ਇੱਕ ਤਾਂ ਸਾਹਿਬ ਸਾਡਾ ਨੀਤ ਨਵਾਂ ਹੈਗਾ, ਦੂਸਰਾ ਗੁਰਬਾਣੀ ਮੁਤਾਬਕ ਸਾਰੀ ਲੜਾਈ ਇੱਕ ਸਾਈਕੋਲੋਜੀਕਲ ਬਿਹੇਵੀਅਰ ਦੇ ਨਾਲ ਚੱਲ ਰਹੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਨੇ ਆਪ ਹੀ ਲਿਖਿਆ, ਨਾਨਕ ਦੁਨੀਆ ਕੈਸੀ ਹੋਈ ਸਾਲਿਕ ਮਿੱਤ ਨਾ ਰਹਿਓ ਕੋਈ। ਹੀ ਆਲਸੋ ਸੇਜ਼ ਨੋਬਡੀ ਇਜ਼ ਮਾਈ ਫਰੈਂਡ। ਦੁਨੀਆ ਕਿੱਦਾਂ ਦੀ ਹੋਗੀ, ਅੱਜ ਵੀ ਇਹੀ ਚੱਲ ਰਿਹਾ। ਬਟ ਵੀ ਹੈਵ ਬੈਸਟ ਆਫ ਦਾ ਓਪਰਚੁਨਿਟੀ। ਸਾਡੇ ਨੰਬਰਸ ਵੀ ਪਹਿਲਾਂ ਨਾਲੋਂ ਕਿਤੇ ਗਾਹਾਂ, ਸਾਡੀ ਜਿਹੜੀ ਫਾਈਨੈਂਸ਼ੀਅਲ ਰਿਸੋਰਸਿਸ ਇੰਡੀਵਿਜੂਅਲੀ ਹੈਗੇ ਨੇ, ਕਲੈਕਟਿਵ ਅਸੀਂ ਕਰ ਸਕਦੇ ਹਾਂ, ਉਹ ਵੀ ਪਹਿਲਾਂ ਨਾਲੋਂ ਜ਼ਿਆਦਾ ਨੇ। ਸਾਡੀਆਂ ਡਾਇਸਪੋਰਾ ਦੀਆਂ ਵੌਇਸਿਸ ਵੀ ਜ਼ਿਆਦਾ ਨੇ, ਸਾਡੀਆਂ ਪੰਜਾਬ ਦੇ ਵਿੱਚ ਚੇਤਨਤਾ ਵੀ ਜ਼ਿਆਦਾ ਹੈਗੀ, ਸਾਡੇ ਕੋਲ ਟੈਕਨੋਲੋਜੀ ਦੇ ਲੈਵਲ ਤੇ ਹੋਰ ਜਰੀਏ ਵੀ ਬਣ ਗਏ ਨੇ। ਹਾਊ ਕੈਨ ਵੀ ਸੇ ਕਿ ਸਾਡੇ ਕੋਲ ਪੋਸਿਬਿਲਿਟੀਜ਼ ਹੈ ਨਹੀਂ ਕੁਝ ਕਰਨ ਦੀਆਂ? ਬਹੁਤ ਪੋਸਿਬਿਲਿਟੀਜ਼ ਨੇ। ਮੈਂ ਇੱਥੇ ਮਹਿਬੂਬ ਸਾਹਿਬ ਨੂੰ ਦੁਬਾਰਾ ਇਨਵੋਕ ਕਰਾਂਗਾ। ਉਹਨਾਂ ਨੇ ਸਹਿਜ ਰਚੂ ਖਾਲਸਾ ਦੇ ਸ਼ੁਰੂ ਵਿੱਚ ਇੱਕ ਪੋਇਮ ਲਿਖੀ ਹੈ 4 ਲਾਈਨਾਂ ਦੀ, ਉਹਦੀ ਲਾਸਟ ਲਾਈਨ ਲਿਖੀ ਹੈ ਕਿ ਸਾਡੀ ਇਸ਼ੂ ਕੀ ਹੈਗਾ। ਉਹ ਕਹਿੰਦੇ ਨੇ ਸਾਡਾ ਇਸ਼ੂ ਹੈ ਆਪਣੀ ਪੱਤ ਪਛਾਣ ਲਵੇ ਜੇ ਲੜ ਮਾਹੀ ਦਾ ਫੜ ਕੇ। ਸਾਨੂੰ ਲੋੜ ਹੈ ਮਾਹੀ ਦਾ ਲੜ ਫੜਨ ਦੀ, ਆਪਣੀ ਸੈਲਫ ਵਰਥ ਕਾਇਮ ਕਰਨ ਦੀ। ਇਫ ਆਈ ਫੀਲ ਗੁੱਡ ਅਬਾਊਟ ਮਾਈ ਸੈਲਫ, ਵੀ ਵਿਲ ਫੀਲ ਗੁੱਡ ਅਬਾਊਟ। ਕਲੈਕਟਿਵਲੀ ਅਸੀਂ ਆਪਣੇ ਆਪ ਨੂੰ ਚੰਗਾ ਮੰਨਾਂਗੇ। ਇਫ ਯੂ ਸੇ ਆਈ ਐਮ ਅ ਸੋਵਰਨ ਮੈਨ,
ਆਪਾਂ ਕਿਉਂ ਕਹਿੰਦੇ ਆ ਕਿ ਮੈਂ ਹਿੰਦੁਸਤਾਨੀ ਆ, ਅਮਰੀਕਾ 'ਚ ਆਪਾਂ ਰਹਿ ਰਹੇ ਆ, I mean don't mind me, I mean it's technically wrong। ਉਹ ਇੱਕ ਨੇਸ਼ਨ ਹੈਗਾ, ਤੁਸੀਂ ਜਿਹੜੇ ਸਿਟੀਜ਼ਨਸ ਹੋ ਯੂ ਆਰ ਅਮਰੀਕਨ। ਸਾਡੀ ਅਲੀਜੈਂਸ ਜਿਹੜੀ ਆ ਸਿੱਖਾਂ ਦੀ ਗੁਰੂ ਨੂੰ ਹੋਣੀ ਚਾਹੀਦੀ ਆ, ਅਸੀਂ ਉਹ ਵੀ ਨਹੀਂ ਦੇ ਪਾ ਰਹੇ ਆ। ਵੀ ਹੈਵ ਟੂ ਇਫ ਐਨੀਥਿੰਗ, ਕਈ ਮੈਨੂੰ ਪੁੱਛਦੇ ਨੇ ਗੁਰੂ ਨਾਨਕ ਸਾਹਿਬ ਕੀ ਸੀਗੇ, ਮੈਂ ਕਿਹਾ ਪਾਕਿਸਤਾਨੀ ਸੀ, ਨਨਕਾਣਾ ਸਾਹਿਬ ਪਾਕਿਸਤਾਨ ਹੈਗਾ। ਅਸੀਂ ਘਬਰਾਉਂਦੇ ਆ ਕਿਉਂਕਿ ਅਮਰੀਕਾ ਵਿੱਚ ਕਹਿਣਾ ਔਖਾ ਲੱਗਦਾ ਜੀ। ਸੋ ਵੀ ਹੈਵ ਟੂ ਬਿਕਮ ਵੈਰੀ ਕਲੀਅਰ ਅਬਾਊਟ ਹੂ ਵੀ ਆਰ ਐਸ ਪੀਪਲ। ਅਸੀਂ ਖਾਲਸਾਈ ਰਵਾਇਤਾਂ ਨੂੰ ਦੁਬਾਰਾ ਕਾਇਮ ਕਰਨ ਦੇ ਲਈ, ਆਪਣੇ ਰਿਸਪੌਂਸਿਸ ਡਿਵੈਲਪ ਕਰਨ ਦੇ ਲਈ, ਸਾਰੀਆਂ ਜਿਹੜੀਆਂ ਗੱਲ ਹੋਈ ਸੀ ਕਿ ਇਨਫੀਰੀਅਰਿਟੀ ਕੰਪਲੈਕਸ ਨੇ, ਮੈਂ ਕਹਾਂਗਾ ਸਾਨੂੰ ਸੁਪੀਰੀਅਰਿਟੀ ਕੰਪਲੈਕਸ ਵੀ ਬਹੁਤ ਜ਼ਿਆਦਾ ਹੋ ਗਿਆ। ਸਾਡਾ ਹਰ ਗੱਲ ਤੇ ਨਾ ਜਵਾਬ ਹੋ ਜਾਂਦਾ ਹੈਗਾ ਕਿ ਅਸੀਂ ਬੈਟਰ ਹੈਗੇ ਆ, ਹਰ ਗੱਲ ਤੇ ਅਸੀਂ ਬੈਟਰ ਨਹੀਂ ਹੈਗੇ। ਹਾਊ ਆਰ ਵੀ ਬੈਟਰ? ਗੁਰਬਾਣੀ ਤਾਂ ਕਹਿੰਦੀ ਆ ਉਸਤਤ ਨਿੰਦਿਆ ਦੋ ਤੇ ਆ ਗਿਆ। ਵੀ ਨੀਡ ਟੂ ਜਸਟ ਟੈਲ ਇਟ ਹਾਊ ਇਟ ਇਜ਼। ਜੋ ਅਸੀਂ ਹਾਂ ਉਹ ਆਪਣੇ ਆਪ ਨੂੰ ਦੱਸੀਏ, ਆਪਣੇ ਆਪ ਨੂੰ ਉਸ ਲੈਵਲ ਤੇ ਕਾਇਮ ਰੱਖੀਏ, ਗੁਰਬਾਣੀ ਵਿੱਚੋਂ ਆਪਣੇ ਆਈਡੀਆਜ਼ ਨੂੰ ਬੌਰਨ ਕਰੀਏ। ਪਰਸਨਲ ਲੈਵਲ ਤੇ ਜਿਹੜੇ ਵੀ ਬੁਲਾਰੇ ਹੋਣਗੇ ਇਨਕਲੂਡਿੰਗ ਮਾਈਸੈਲਫ, ਸਾਡੇ ਸਾਰਿਆਂ ਦੇ ਆਈਡੀਆਜ਼ ਇਨਕੰਪਲੀਟ ਹੋਣਗੇ, ਕਿਉਂਕਿ ਗੁਰੂਸ਼ਿਪ ਜਿਹੜੀ ਖਾਲਸੇ ਨੂੰ ਦਿੱਤੀ ਉਹਦਾ ਮਤਲਬ ਹੀ ਇਹ ਆ ਪਰਫੈਕਸ਼ਨ ਕਮਿਊਨਿਟੀ ਵਿੱਚ ਆਊਗੀ ਉਸ ਵੇਲੇ ਜਦ ਡਿਸੀਜਨ ਕਲੈਕਟਿਵ ਹੋਊਗਾ। ਆਪਣੀਆਂ ਰਾਏ ਪੇਸ਼ ਕਰੋ, ਉਹਦੀ ਸਵੈ ਪੜਚੋਲਤਾ ਕੀਤੀ ਜਾਵੇ। ਜਿਹੜੀਆਂ ਵੀ ਪ੍ਰੋਬਲਮਸ ਚੱਲ ਰਹੀਆਂ ਨੇ ਇਹਨਾਂ ਨੂੰ ਗਾਹਾਂ ਲਿਜਾਣ ਦਾ ਇੱਕੋ ਇੱਕ ਤਰੀਕਾ ਹੈਗਾ। 30 ਇਅਰਸ ਹੋਣ ਲੱਗੇ ਨੇ ਮੂਵਮੈਂਟ ਦੇ ਦੁਬਾਰਾ, ਵੀ ਬੈਟਰ ਗੈਟ ਬਿਜ਼ੀ ਕਿ ਅਸੀਂ ਆਪਣਾ ਟਾਈਮ ਤੇ ਪੈਸੇ ਕਿਸ ਕੰਮ ਲਈ ਲਾਉਣੇ ਨੇ। ਅਸੀਂ ਇੱਕ ਸਿਸਟਮੈਟਿਕ ਪਲਾਨ ਸਾਨੂੰ ਚਾਹੀਦਾ ਹੈਗਾ ਜਿਹਦੇ ਥੱਲੇ ਡਾਇਸਪੋਰਾ ਦਾ ਰੋਲ ਕੀ ਹੈ, ਪੰਜਾਬ ਦੇ ਵਿੱਚ ਰੋਲ ਕੀ ਹੈ, ਅਸੀਂ ਆਪਣੇ ਡਿਸੀਜਨਸ ਲੈਣੇ ਕਿਵੇਂ ਨੇ। ਸਾਡਾ ਫੇਲੀਅਰ ਆਏਗਾ ਇੱਥੇ ਅਸੀਂ ਆਪਣੀ ਰਵਾਇਤਾਂ ਨੂੰ ਦੁਬਾਰਾ ਸਰਵਾਈਵ ਕਰੀਏ। ਉਹ ਡਿਸੀਜਨ ਮੇਕਿੰਗ ਵਿੱਚੋਂ we will be able to take on the world। ਅਸੀਂ ਪਹਿਲਾਂ ਵੀ ਲਿਆ ਹੈਗਾ। I mean ਬੰਦਾ ਸਿੰਘ ਬਹਾਦਰ ਨੇ ਵਰਲਡ ਦੀ ਲਾਰਜੈਸਟ ਡਾਇਨੈਸਟੀ ਖਤਮ ਕਰਕੇ ਦਿਖਾਤੀ ਸੀ। We can take on one of the BRIC nations also if we need to। ਸਾਡਾ ਇਸ਼ੂ ਰਿਸੋਰਸਸ ਦਾ ਨਹੀਂ ਹੈ। I know ਮੈਂ ਵੀ ਕਹਿੰਦਾ ਹੈਗਾ, ਹੋਰ ਸੰਸਥਾਵਾਂ ਇਹ ਕਹਿੰਦੀਆਂ, ਬਟ ਜੋ ਜਦ ਮੈਂ ਉਹਨੂੰ ਫੀਲਿੰਗ ਦੇ ਲੈਵਲ ਤੇ, ਹਿਸਟਰੀ ਦੇ ਲੈਵਲ ਤੇ ਦੇਖਦਾ, ਸਾਡਾ ਇਸ਼ੂ ਰਿਸੋਰਸਸ ਦਾ ਨਹੀਂ ਆ, ਸਾਡਾ ਇਸ਼ੂ ਨੰਬਰਸ ਦਾ ਵੀ ਨਹੀਂ ਹੈਗਾ। ਆਮ ਲੋਕੀ ਦਿੰਦੇ ਨੇ ਰਿਸਪੌਂਸ, ਰਾਜੋਆਣਾ ਫਿਨੋਮੀਨਾ ਵਿੱਚ ਆਮ ਬੰਦਿਆਂ ਨੇ ਰਿਸਪੌਂਸ ਦਿੱਤਾ। ਸਾਡਾ ਇਸ਼ੂ ਹੈਗਾ ਸਾਡੇ ਕੋਲ ਪ੍ਰੋਗਰਾਮ ਹੈ ਨਹੀਂ ਲੋਕਾਂ ਨੂੰ ਦੇਣ ਦਾ। ਇਹਦੇ ਵੱਲ ਜ਼ਰੂਰ ਤਵੱਜੋ ਦਿੱਤੀ ਜਾਵੇ। ਵਾਈ, ਵਾਟ ਸ਼ੁੱਡ ਆਈ ਡੂ? 2013 ਹੈਗਾ, 9 ਮਹੀਨੇ ਇਹਦੇ ਪਏ ਨੇ ਤੇ ਨਾਨਕਸ਼ਾਹੀ ਕੈਲੰਡਰ ਦੇ ਮੁਤਾਬਿਕ ਸਾਡੇ ਕੋਲ ਪੂਰਾ ਸਾਲ ਪਿਆ ਅਗਲੀ ਚੇਤ ਤੱਕ ਕਰਦਾ। ਅਗਲੀ ਚੇਤ 14 ਮਾਰਚ ਤੱਕ ਐਜ਼ ਜਿਹੜੀ ਇਹ ਸੰਗਤ ਲੋਕਲੀ ਹੈ, ਅਸੀਂ ਕੀ ਕਰੀਏ, ਪੰਥਕ ਜਥੇਬੰਦੀਆਂ ਕੀ ਕਰਨ, ਆਪਣਾ ਪਲਾਨ ਜ਼ਰੂਰ ਡਿਵੈਲਪ ਕਰੋ। ਜੇ ਤੁਸੀਂ ਪਲਾਨ ਡਿਵੈਲਪ ਕਰ ਲਓਗੇ ਉਹਦੀ ਪੋਸਿਬਿਲਿਟੀ ਵੱਜੂਗੀ ਕਿ ਸ਼ਾਇਦ ਅਸੀਂ ਉਹ ਪਲਾਨ ਨੂੰ ਇੰਪਲੀਮੈਂਟ ਵੀ ਕਰ ਸਕੀਏ। ਤੇ ਇਹ ਸਾਡੀ ਹਿਸਟਰੀ ਰਹੀ ਆ। ਅਸੀਂ ਪਲਾਨ ਦੇ ਗੁਲਾਮ ਵੀ ਨਹੀਂ ਬਣਨਾ, ਬਟ ਪਲਾਨ ਕਰਨਾ ਜ਼ਰੂਰੀ ਹੈ। ਸਟ੍ਰੈਟਜੀ ਹੋਣੀ ਬਹੁਤ ਜ਼ਰੂਰੀ ਹੈ, ਟ੍ਰੇਨਿੰਗ ਹੋਣੀ ਬਹੁਤ ਜ਼ਰੂਰੀ ਆ। ਉਹ ਟ੍ਰੇਨਿੰਗਸ ਲੈਣ ਦੀਆਂ ਤਿਆਰੀਆਂ ਜ਼ਰੂਰ ਕਰੀਏ, ਜਿਹੜੀ ਕਿ ਅਨੰਦਪੁਰ ਸਾਹਿਬ ਵਿੱਚ ਟ੍ਰੇਨਿੰਗ ਦਿੱਤੀਆਂ ਜਾਂਦੀਆਂ ਸੀ। 5 ਜਿਹੜੇ ਕਿਲੇ ਬਣਾਏ ਗਏ ਸੀ ਟ੍ਰੇਨਿੰਗ ਦੇਣ ਦੇ ਲਈ ਉੱਥੇ। ਸੋ ਸਾਡੀ ਟ੍ਰੇਨਿੰਗ ਗੁਰਦੁਆਰਿਆਂ ਵਿੱਚ ਨਹੀਂ ਹੋ ਸਕਦੀ ਤਾਂ ਗੁਰਦੁਆਰਿਆਂ ਤੋਂ ਬਾਹਰ ਕਰੀਏ, ਬਟ ਟ੍ਰੇਨਿੰਗ ਜ਼ਰੂਰ ਲਈਏ। ਜਿਨ੍ਹਾਂ ਨੇ ਟ੍ਰੇਨਿੰਗ ਲਈ ਤੇ ਜਿਨ੍ਹਾਂ ਨੇ ਗੁਰੂ ਦਾ ਆਸਰਾ ਲਿਆ, ਉਹਨਾਂ ਨੇ ਲਾਹੌਰ ਕੀ, ਸਰਹੰਦ ਕੀ, ਦਿੱਲੀ ਕੀ, ਪਤਾ ਨਹੀਂ ਕੀ ਫਤਿਹ ਕੀਤਾ। ਦਿਸ ਇਜ਼ ਆਰ ਹਿਸਟਰੀ। ਫਤਿਹ ਕਰਨ ਦਾ ਸਾਡੇ ਲਈ, ਫਤਿਹ ਕਿਸ ਕਰਨ ਲਈ ਕੀਤਾ, ਇਹ ਗੱਲ ਕਰਕੇ ਮੈਂ ਗੱਲ ਖਤਮ ਕਰ ਦਵਾਂ। ਜਿਹੜੀ ਸਭ ਤੋਂ ਪਪੂਲਰ ਫਰੇਜ਼ ਸਾਡੀ ਹੋ ਗਈ ਆ ਉਹ ਹੈਗੀ ਦੇਗ ਤੇਗ ਫਤਿਹ। ਇਹਨੂੰ ਇੱਥੇ ਥੋੜੀ ਜਿਹੀ ਗੱਲ ਕਰਕੇ ਗੱਲ ਖਤਮ ਕਰਦਾ। ਦੇਗ ਤੋਂ ਭਾਵ ਬੇਸਿਕਲੀ ਹੈਗਾ ਇਕਨੋਮਿਕਸ ਦਾ। ਜਦ ਤੁਸੀਂ ਇਕਨੋਮਿਕ ਪਾਲਿਸੀਜ਼ ਨੂੰ ਇੰਪਲੀਮੈਂਟ ਕਰਾਉਣ ਜੋਗੇ ਬਣ ਜਾਂਦੇ, ਦੇਗਾ ਜਿਹੜਾ ਹੁੰਦਾ ਨਾ, ਮਤਲਬ ਵੱਡਾ ਕੁਆਟਰ ਜਿਹਦੇ ਲਈ ਸਾਰਿਆਂ ਨੂੰ ਲੰਗਰ ਛਕਾਇਆ ਜਾ ਸਕੇ, ਮਤਲਬ ਇਕਨੋਮਿਕ ਪਾਲਿਸੀਜ਼। Are we influencing any economic policy today anywhere in the world? ਜੇ ਨਹੀਂ ਫਿਰ ਅੜੇ ਫਤਿਹ ਕਰਨ ਜੋਗੇ ਨਹੀਂ ਅਸੀਂ। ਗੁਰਦੁਆਰਾ ਦਾ ਇਲੈਕਸ਼ਨ ਜਿਹੜੀ ਕਿ ਫਤਿਹ ਨਹੀਂ ਹੋਣੀ, ਫਤਿਹ ਹੋਊਗੀ ਜਦ ਇਕਨੋਮਿਕ ਪਾਲਿਸੀਜ਼ ਨੂੰ ਅਸੀਂ ਆਲਟਰ ਕਰਨ ਜੋਗੇ ਹੋਵਾਂਗੇ। ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਜਦ ਕੀਤਾ, ਫਿਰ ਉਹਨਾਂ ਨੇ ਆਪਣੀ ਸੀਲ ਦੇ ਉੱਤੇ ਲਿਖ ਕੇ ਲਾਤਾ। ਤੇ ਦੂਸਰਾ ਉੱਥੇ ਲਫ਼ਜ਼ ਹੈਗਾ ਤੇਗ। ਤੇਗ ਨਿਸ਼ਾਨੀ ਹੈਗੀ ਹੈ ਪੋਲੀਟੀਕਲ ਸੋਵਰੈਨਿਟੀ ਦੀ, ਪੋਲੀਟੀਕਲ ਰਾਈਟਸ ਐਸਟੈਬਲਿਸ਼ ਕਰਨ ਦੀ। ਜਦ ਪੋਲੀਟੀਕਲ ਰਾਈਟਸ ਲੋਕਾਂ ਦੇ ਐਸਟੈਬਲਿਸ਼ ਹੁੰਦੇ ਨੇ, ਭਾਵੇਂ ਉਹ ਹਿੰਦੁਸਤਾਨ 'ਚ ਨੇ, ਭਾਵੇਂ ਪੰਜਾਬ 'ਚ ਨੇ, ਤੇ ਭਾਵੇਂ ਅਮਰੀਕਾ 'ਚ ਨੇ, ਜਾਂ ਜਿੱਥੇ ਵੀ ਅਸੀਂ ਲੜ ਰਹੇ ਹਾਂ, ਜਿੱਥੇ ਵੀ ਅਸੀਂ ਲੜਨਾ, ਇਕਨੋਮਿਕ ਰਾਈਟਸ ਨੂੰ ਐਸਟੈਬਲਿਸ਼ ਕਰਨਾ ਤੇ ਪੋਲੀਟੀਕਲ ਰਾਈਟਸ ਨੂੰ ਐਸਟੈਬਲਿਸ਼ ਕਰਨਾ, ਦਿਸ ਇਜ਼ ਵਾਟ ਵਿਕਟਰੀ ਇਜ਼। ਇਹ ਵਿਕਟਰੀ ਵੱਲ ਅਸੀਂ ਕਿਵੇਂ ਜਾਣਾ, ਇੱਥੇ ਅਸੀਂ ਵਿਸਾਖੀ ਵਾਲੇ ਦਿਨ ਜਿਹੜਾ ਸਾਨੂੰ ਬਲੂਪ੍ਰਿੰਟ ਦਿੱਤਾ ਗਿਆ, ਤੇ ਇੱਥੇ ਜਿਹੜੀਆਂ ਪੰਥਕ ਸੰਸਥਾਵਾਂ ਬੈਠੀਆਂ ਨੇ ਉਹ ਜ਼ਰੂਰ ਸੋਚਣ ਕਿ ਇਹ ਬਲੂਪ੍ਰਿੰਟ ਕਿਵੇਂ ਕਾਇਮ ਕਰਦਾ ਕਿ ਇਕਨੋਮਿਕ ਤੇ ਪੋਲੀਟੀਕਲ ਰਾਈਟਸ ਸਿੱਖ ਨੇ ਆਪਣੀ ਸਪਿਰਿਚੁਅਲਿਟੀ ਦਾ ਹਿੱਸਾ ਬਣਾਉਣਾ।
ਕਿਉਂਕਿ ਗੁਰੂ ਸਾਹਿਬ ਨੇ ਸਾਡੀ ਸਪਿਰਚੁਅਲਿਟੀ ਦਾ ਹਿੱਸਾ ਬਣਾ ਲਿਆ। ਤੇ ਜਿਵੇਂ ਸਾਡੀ ਸਪਿਰਚੁਅਲਿਟੀ ਦਾ ਵੀ ਹਿੱਸਾ ਬਣੂਗਾ, ਇਹ ਪੋਸੀਬਲ ਹੀ ਹੈ ਨਹੀਂ ਕਿ ਕੋਈ ਵੀ ਸਿੱਖ ਕਵੇ ਕਿ ਮੈਂ ਮੀਰੀ ਪੀਰੀ ਦੇ ਮਾਲਿਕ ਦੀ ਗੱਲ ਨਹੀਂ ਮੰਨਣੀ। ਮੀਰੀ ਪੀਰੀ ਦਾ ਇਹੀ ਮਤਲਬ ਬਣਦਾ ਇਕਨੋਮਿਕ ਤੇ ਪੋਲੀਟੀਕਲ ਇਸ਼ੂਜ਼ ਨੂੰ, ਸਪਿਰਚੁਅਲ ਤੇ ਪੋਲੀਟੀਕਲ ਇਸ਼ੂਜ਼ ਨੂੰ ਇਕੱਠਾ ਰੱਖਣਾ। ਸੋ ਇਕਨੋਮਿਕ ਰਾਈਟਸ ਨੂੰ, ਪੰਜਾਬ ਦੇ ਜਿਹੜੇ ਗੱਲ ਹੈ ਨਾ ਉੱਥੇ ਇਕਨੋਮਿਕ ਰਾਈਟਸ ਤੇ ਗੱਲ ਆ ਰਹੀ ਆ, ਤੇ ਪੋਲੀਟੀਕਲ ਰਾਈਟਸ ਨੂੰ ਕਿਸ ਤਰੀਕੇ ਨਾਲ ਅਸੀਂ ਸਿਰਫ ਸਿੱਖਾਂ ਲਈ ਨਹੀਂ, ਸਾਰੇ ਪੰਜਾਬੀਆਂ ਦੇ ਲਈ, ਸਾਰੇ ਹਿੰਦੁਸਤਾਨੀਆਂ ਦੇ ਲਈ, ਇਨ ਦਾ ਟ੍ਰੈਡੀਸ਼ਨ ਆਫ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ, ਸਿੱਖਾਂ ਲਈ ਤਾਂ ਕਰਨਾ ਹੀ ਕਰਨਾ, ਬਲਕਿ ਸਾਰਿਆਂ ਲਈ ਵੀ ਅਸੀਂ ਕਰਨਾ ਹੈ, ਸਾਡਾ ਟ੍ਰੈਡੀਸ਼ਨ ਰਿਹਾ। ਇਹ ਕਿਵੇਂ ਐਸਟੈਬਲਿਸ਼ ਕਰਦੇ ਨੇ, ਇਹ ਜ਼ਰੂਰ ਸੋਚੋ। 7 ਦਿਨ ਹੈਗੇ ਨੇ, ਮੇਬੀ ਅਗਲੇ 7 ਦਿਨਾਂ ਤੱਕ ਕਈ ਸੰਸਥਾਵਾਂ ਸੋਚ ਲੈਣ ਅਸੀਂ ਕਿਵੇਂ ਕਰਨਾ ਅਗਲੇ ਸਾਲ ਦੇ ਲਈ, ਬਟ ਇੰਡੀਵਿਜੂਅਲੀ ਵੀ ਜਿਹੜੇ ਬੈਠੇ ਨੇ ਉਹ ਵੀ ਜ਼ਰੂਰ ਸੋਚਣ ਕਿ ਮੈਂ ਕਿਹੜੇ ਇਕਨੋਮਿਕ ਤੇ ਪੋਲੀਟੀਕਲ, ਅਮਰੀਕਾ ਵਿੱਚ ਵੀ ਇਹ ਲੜਾਈ ਚੱਲ ਰਹੀ ਹੈ ਬੜੀ ਤਗੜੀ, ਪੂਰੇ ਵਰਲਡ ਵਿੱਚ ਲੜਾਈ ਚੱਲ ਰਹੀ ਆ, ਮੈਂ ਕਿਵੇਂ ਇਕਨੋਮਿਕ ਤੇ ਪੋਲੀਟੀਕਲ ਰਾਈਟਸ ਗੁਰੂ ਦਾ ਥਾਪੜਾ ਲੈ ਕੇ, ਗੁਰੂ ਗ੍ਰੰਥ ਸਾਹਿਬ ਦੀਆਂ ਸਿਸਟਮਸ ਦੇ ਮੁਤਾਬਕ, ਖਾਲਸਾ ਟ੍ਰੈਡੀਸ਼ਨਸ ਦੇ ਮੁਤਾਬਕ ਕਿਵੇਂ ਇੰਪਲੀਮੈਂਟ ਕਰ ਸਕਦਾ, ਇਹਦੇ ਵੱਲ ਜ਼ਰੂਰ ਤਵੱਜੋ ਦਿਓ। ਇਹਨਾਂ ਸ਼ਬਦਾਂ ਨਾਲ ਦਾਸ ਖਿਮਾ ਦਾ ਜਾ ਚੁੱਕਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।